ਮੇਰੇ ਚਾਚਾ ਜੀ ਨੇ ਮੇਰਾ ਰਿਸ਼ਤਾ ਕਰਾਇਆ ਸੀਗਾ ਜੀ। ਚਾਚਾ ਜੀ ਦੇ ਸਹੁਰਿਆਂ ਨੇ ਵਿੱਚ ਉਹ ਸੀਗੇ ਜੀ, ਤੇ ਮਾਨਸਾ ਤੋਂ ਰਿਸ਼ਤਾ ਹੋਇਆ ਸੀਗਾ ਜੀ। ਉਹਨਾਂ ਦੇ ਡੈਡੀ ਦਾ ਨਾਂ ਹੈਗਾ ਜਸਪਾਲ ਸਿੰਘ, ASI ਹੈ ਪੰਜਾਬ ਪੁਲਿਸ ਜੀ। ਚਲਦੀ ਚਲਦੀ ਗੱਲ ਵਧੀਆ ਰੋਕਾ ਹੋ ਗਿਆ ਜੀ, ਅੰਗੇਜਮੈਂਟ ਹੋ ਗਈ। ਅੰਗੇਜਮੈਂਟ ਤੋਂ ਬਾਅਦ ਬਾਹਰ ਚਲੀ ਗਈ ਜੀ। ਸਾਰੇ ਪੈਸੇ ਆਪਾਂ ਲਾਏ, ਫੀਸਾਂ ਭਰੀ ਗਏ ਜੀ। ਪਹਿਲਾਂ ਆਪਾਂ ਤੋਂ ਪੈਸੇ ਲਈ ਗਏ ਜੀ, ਜਿੰਨਾ ਟਾਈਮ ਫੀਸਾਂ ਭਰੀ ਗਏ ਜੀ ਉਹਨਾਂ ਟਾਈਮ ਸਾਰਾ ਕੁਝ ਸੈੱਟ ਰਿਹਾ। ਆਪਣੇ 2 ਫੀਸਾਂ ਦੀ ਗੱਲ ਹੋਈ ਸੀਗੀ ਜੀ, ਵੀ 2 ਫੀਸਾਂ ਭਰਨੀਆਂ, ਬਾਕੀ ਉਹ ਕੁੜੀ ਜਾ ਕੇ ਉੱਧਰ ਕਮਾਉਣ ਲੱਗ ਜੂਗੀ ਜੀ। ਤੇ ਆਪਾਂ ਤੋਂ 5 ਫੀਸਾਂ ਭਰਾਈਆਂ ਜੀ। ਵਿਆਹ ਆਪਣਾ ਪੱਕਾ ਸੀਗਾ, ਕੋਈ ਫੇਕ ਨਹੀਂ ਸੀਗਾ ਜੀ। ਜਿਵੇਂ 10-15 ਲੱਖ ਲੱਗ ਗਿਆ, ਉਦੋਂ ਐਂ ਹੁੰਦਾ ਵੀ ਇਹ ਵੀ ਨਾ ਡੁੱਬ ਜਾਣ, ਵੀ ਚੱਲ ਆਪਾਂ ਹੋਰ ਲਾ ਦਿੰਦੇ 5-4 ਲੱਖ ਰੁਪਏ। ਇਸੇ ਕਾਰਨ ਵਜ੍ਹਾ ਕਰਕੇ ਅੱਗੇ ਅੱਗੇ ਪੈਸੇ ਲੱਗੀ ਗਏ। 50 ਲੱਖ ਰੁਪਏ ਲੱਗ ਗਿਆ ਬਾਈ ਸਾਡਾ। ਕੇਸ ਬਾਈ ਮੇਰਾ ਅਪਲਾਈ ਹੋਇਆ, ਉਸ ਤੋਂ ਬਾਅਦ ਉਹਨੇ ਕੋਈ ਡਾਕੂਮੈਂਟ ਇਹੋ ਜਿਹਾ ਗਲਤ ਲਾਇਆ ਵੀ ਮੈਨੂੰ ਬੈਨ ਕਰਤਾ ਉੱਧਰਲੀ ਸਰਕਾਰ ਨੇ। ਸਾਡੀ ਸਟੋਰੀ ਨਹੀਂ ਮੈਚ ਹੋਈ ਬਾਈ, ਮੈਨੂੰ ਕੁਝ ਹੋਰ ਦੱਸਿਆ ਗਿਆ, ਡਾਕੂਮੈਂਟ ਕੁਝ ਹੋਰ ਲਾਇਆ ਗਿਆ। ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਇੱਧਰ ਆ ਜਾਓ, ਹੈ ਨਾ, ਵੀ ਆਪਾਂ ਸਾਰਾ ਕੁਝ ਆਪਾਂ ਫੋਟੋਆਂ ਕਰ ਲਾਂਗੇ ਤੇ ਆਪਾਂ ਐਮਬੈਸੀ 'ਚ ਅਪੀਲ ਕਰ ਲਾਂਗੇ। ਕਹਿੰਦੀ ਮੈਥੋਂ ਤਾਂ ਆਇਆ ਨਹੀਂ ਜਾਂਦਾ, ਮੈਂ ਤੈਨੂੰ ਸੱਦਣਾ ਹੀ ਨਹੀਂ ਬਾਹਰ। ਜਦੋਂ ਬਾਈ ਫੀਸਾਂ ਭਰੀਆਂ ਗਈਆਂ ਫਿਰ ਗੱਲਬਾਤ ਹੀ ਹੋਰ ਹੋ ਗਈ। ਰਹਿੰਦੀ ਤਾਂ ਬਈ ਇੱਥੋਂ ਤਾਂ ਦੱਸਦੇ ਆ ਵੀ ਆਪਦੀ ਮਾਸੀ ਦੇ ਮੁੰਡੇ ਕੋਲੇ ਰਹਿੰਦੀ ਆ, ਪਰ ਉਹ ਮਾਸੀ ਦੇ ਮੁੰਡੇ ਕੋਲੇ ਨਹੀਂ ਰਹਿੰਦੇ। ਇੱਥੇ ਸਾਡੇ ਨਾਲ ਪਿੰਡ ਆ ਟੱਲ ਵਾਲੀ ਤੋਂ ਮੁੰਡਾ ਕਾਸ਼ਦੀਪ ਬਈ, ਤੇ ਉਹਦੇ ਨਾਲ ਇਕੱਠੇ ਆਈਲੈਟਸ ਕਰਦੇ ਸੀ ਬਈ ਬਠਿੰਡੇ। ਤੇ ਉਹਦੇ ਨਾਲ ਪਹਿਲਾਂ ਹੀ ਯਾਰੀ ਦੋਸਤੀ ਸੀਗੀ, ਇਹਦੀ ਅਫੇਅਰ ਚੱਲਦਾ ਸੀ ਬਈ। ਉੱਧਰ ਜਾ ਕੇ ਇਕੱਠੀ ਰਹਿਣ ਲੱਗ ਗਏ ਬਈ, ਇਕੱਠੀ ਕਾਲਜ ਜਾਂਦੇ ਸੀ, ਇਕੱਠੀ ਇਹਨਾਂ ਨੇ ਕੰਮ ਅਪਲਾਈ ਕਰਿਆ। ਮੈਨੂੰ ਬਾਅਦ 'ਚੋਂ ਦੱਸਦੀ ਰਹੀ ਆ, ਇਹਨੂੰ ਤਾਂ ਉੱਥੇ ਕੰਮ ਮਿਲ ਗਿਆ, ਜਿਹੜੀ ਸਿਕਿਉਰਿਟੀ 'ਤੇ ਇਹ ਕੰਮ ਕਰਦੀ ਸੀ, ਪਰ ਉਹਨੂੰ ਇਹ ਕੰਮ ਨਹੀਂ ਮਿਲਿਆ। ਸ਼ੱਕ ਤਾਂ ਬਈ ਉਸੇ ਦਿਨ ਹੀ ਹੋ ਗਿਆ। ਰਿਸ਼ਤੇਦਾਰ ਇਕੱਠੇ ਹੋ ਗਏ, ਬੇਇੱਜ਼ਤੀ ਤੋਂ ਡਰਦੇ ਨੂੰ ਵਿਆਹ ਕਰਾਉਣਾ ਪਿਆ ਬਈ। ਪੈਸਿਆਂ ਕੰਨਿਓ ਜਾਂਦੇ ਸੀ, ਪਰ ਹੁਣ ਲੁੱਟੇ ਵੀ ਗਏ ਬਈ, ਪੱਟੇ ਵੀ ਗਏ। ਪੈਸੇ ਵੀ ਨਹੀਂ ਰਹੇ ਤੇ ਬੇਇੱਜ਼ਤੀ ਵੀ ਹੋ ਗਈ। ਇਹ ਤੋਂ ਚੰਗਾ ਤਾਂ ਉੱਦਾਂ ਹੀ ਮੈਂ ਮੰਨ ਲਓ ਵੀ ਪੈਸੇ ਛੱਡ ਦਿੰਦਾ, ਵਿਆਹ ਕਰਾਉਂਦਾ ਹੀ ਨਹੀਂ। ਉੱਦੇ ਜਿਹੜੀ ਹੁੰਦੀ ਦੇ ਪਿੰਡਾਂ ਦੇ ਫੋਨ ਆਏ ਆ, ਪਿੰਡ ਦੇ ਮੁੰਡਿਆਂ ਦੇ, ਕਹਿੰਦੇ ਬਈ ਉਹਨੇ ਮੈਰਿਜ ਕਰਾ ਲਈ। ਉੱਥੇ ਇਕੱਠੇ ਰਹਿ ਰਹੇ ਆ 2 ਨੰਬਰ 'ਚ ਬਈ। ਕਦੋਂ ਤੁਹਾਨੂੰ ਫੋਨ ਬਾਹਰੋਂ ਆਉਂਦਾ ਵਿਦੇਸ਼ੋਂ ਕਿ ਉਹਨਾਂ ਦੇ ਪਿੰਡ ਤੋਂ? ਉਹਨਾਂ ਦੇ ਪਿੰਡ ਤੋਂ ਬਈ 2-3 ਬੰਦਿਆਂ ਦੇ ਫੋਨ ਆਏ। ਉਹਦਾ ਡੈਡੀ ਧਮਕੀਆਂ ਦਿੰਦਾ ਵੀ ਮੈਂ ਪੰਜਾਬ ਪੁਲਿਸ 'ਚ ਤੁਹਾਡੇ ਪਰਚਾ ਪਵਾ ਦੂੰ, ਤੁਹਾਡੇ ਮੁੰਡੇ 'ਤੇ ਨਸ਼ੇ ਦੇ ਪਰਚੇ ਪਵਾ ਦੂੰਗਾ। ਉਹਦਾ ਭਰਾ ਵੀ ਬਈ ਚਿੱਟਾ ਲਾਉਂਦਾ, ਉਹ ਵੀ ਧਮਕੀਆਂ ਦਿੰਦਾ ਵੀ ਲੱਤਾਂ ਤੋੜ ਦਾਂਗੇ ਅਸੀਂ, ਤੁਸੀਂ ਡਿਵੋਰਸ ਲਓ, ਹੈ ਨਾ ਬਈ। ਧੱਕੇ ਨਾਲ ਸਾਥੋਂ ਉੱਥੇ ਮੇਰੇ ਡੈਡੀ ਨੇ ਵੀ ਚੱਲ ਕਹਿ ਕੇ ਵੀ ਚੱਲ ਮੁੰਡੇ ਨੂੰ ਨਾ ਕੁਛ ਹੋ ਜਾਏ, ਹੈ ਨਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ, ਲਗਾਤਾਰ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਰੁੱਖ ਕਰ ਰਹੇ ਨੇ। ਵਿਦੇਸ਼ਾਂ ਦੇ ਸੁਪਨੇ ਪੂਰੇ ਕਰਨ ਲਈ ਨੌਜਵਾਨ ਕਈ ਤਰ੍ਹਾਂ ਦੇ ਰਾਹ ਅਖਤਿਆਰ ਕਰ ਰਹੇ ਨੇ, ਕਈ ਤਰ੍ਹਾਂ ਦੇ ਰਸਤੇ ਅਪਣਾ ਰਹੇ ਨੇ। ਤਾਂ ਲਗਾਤਾਰ ਹੀ ਪੰਜਾਬ ਦੇ ਨੌਜਵਾਨ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਨੇ। ਧਨੌਲੇ ਦੇ ਲਵਪ੍ਰੀਤ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਮਾਮਲੇ ਸਾਡੇ ਕੋਲ ਆ ਰਹੇ ਨੇ। ਸੋਸ਼ਲ ਮੀਡੀਆ ਤੇ ਲਗਾਤਾਰ ਐਸੇ ਮਾਮਲੇ ਵਾਇਰਲ ਹੋ ਰਹੇ ਨੇ। ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਵੀਡੀਓ, ਵਿਆਹ ਦੀਆਂ ਫੋਟੋ ਵਾਇਰਲ ਹੋ ਰਹੀਆਂ ਨੇ। ਇਸੇ ਤਰ੍ਹਾਂ ਦਾ ਇੱਕ ਬਠਿੰਡਾ ਜ਼ਿਲ੍ਹਾ ਦੇ ਪਿੰਡ ਮਹਿਰਾਜ ਦਾ ਮਾਮਲਾ ਆਇਆ। ਅਸੀਂ ਅੱਜ ਮਹਿਰਾਜ ਦੇ ਵਿੱਚ ਮੌਜੂਦ ਹਾਂ। ਸਾਡੇ ਨਾਲ ਸੰਦੀਪ ਸਿੰਘ ਆ। ਇਹਨਾਂ ਦਾ ਵੀ ਵਿਆਹ ਹੁੰਦਾ ਹੈ ਔਰ ਵਿਆਹ ਕਰਵਾ ਕੇ ਇਹਨਾਂ ਦੀ ਪਤਨੀ ਵਿਦੇਸ਼ ਚਲੀ ਜਾਂਦੀ ਹੈ। ਫੀਸਾਂ ਵਗੈਰਾ ਸਭ ਕੁਝ ਭਰਦੇ ਆ, ਪਰ ਇਹ ਵੀ ਕਹਿੰਦੇ ਅਸੀਂ ਠੱਗੀ ਦਾ ਸ਼ਿਕਾਰ ਹੋਏ ਹਾਂ। ਸੰਦੀਪ ਦਾ ਪੱਕਾ ਵਿਆਹ ਹੁੰਦਾ ਹੈ, ਪਰ ਠੱਗੀ ਦਾ ਸ਼ਿਕਾਰ ਕਿਵੇਂ ਹੁੰਦੇ ਆ, ਗੱਲਬਾਤ ਕਰਦੇ ਹਾਂ। ਸੰਦੀਪ, ਲਗਾਤਾਰ ਤੁਹਾਡੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ।
ਇਹ ਬੜਾ ਹਰ ਤੀਜੀ ਪੋਸਟ ਆ ਰਹੀ ਹੈ ਕਿ ਫਲਾਣੇ ਪਿੰਡ ਦਾ ਫਲਾਣੇ ਸ਼ਹਿਰ ਦਾ ਮੁੰਡਾ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਤੋਂ ਪਹਿਲਾਂ ਮੁੰਡੇ ਲੜਕੀਆਂ ਦੇ ਨਾਲ ਠੱਗੀਆਂ ਮਾਰਦੇ ਸੀ, ਪਰ ਅੱਜ ਕੱਲ੍ਹ ਲੜਕੀਆਂ ਦਾ ਇਹ ਟ੍ਰੈਂਡ ਚੱਲ ਪਿਆ। ਕੀ ਹੋਇਆ ਤੁਹਾਡੇ ਨਾਲ, ਕੀ ਕਹਾਣੀ ਵਾਪਰੀ ਆ ਔਰ ਕਿੰਨੇ ਦੀ ਠੱਗੀ ਵੱਜੀ ਆ? ਮੇਰਾ ਨਾਮ ਸੰਦੀਪ ਸਿੰਘ ਹੈ ਜੀ, ਪਿੰਡ ਮਹਿਰਾਜ ਆ ਜੀ। ਮੇਰੇ ਡੈਡੀ ਦਾ ਨਾਮ ਗੁਰਜੰਟ ਸਿੰਘ ਹੈ ਜੀ। ਮੇਰੇ ਚਾਚਾ ਜੀ ਨੇ ਮੇਰਾ ਰਿਸ਼ਤਾ ਕਰਾਇਆ ਸੀਗਾ ਜੀ। ਚਾਚਾ ਜੀ ਦੇ ਸਹੁਰਿਆਂ ਨੇ ਵਿੱਚ ਉਹ ਸੀਗੇ ਜੀ, ਅਤੇ ਮਾਨਸਾ ਤੋਂ ਰਿਸ਼ਤਾ ਹੋਇਆ ਸੀਗਾ ਜੀ। ਉਹਨਾਂ ਦੇ ਡੈਡੀ ਦਾ ਨਾਂ ਹੈਗਾ ਜਸਪਾਲ ਸਿੰਘ, ASI ਹੈ ਪੰਜਾਬ ਪੁਲਿਸ ਜੀ। ਉਹੀ ਚੱਕਰ ਸੀਗਾ ਜੀ, ਬਸ ਆਈਲੈਟਸ ਕਰਿਆ ਸੀ। ਕਦੋਂ ਹੁੰਦਾ ਤੁਹਾਡਾ ਰਿਸ਼ਤਾ? ਰਿਸ਼ਤਾ ਮੇਰਾ 2/5/17 ਨੂੰ ਅੰਗੇਜਮੈਂਟ ਹੁੰਦੀ ਹੈ ਜੀ ਮੇਰੀ। ਇਹ ਤੋਂ ਪਹਿਲਾਂ ਰੋਕਾ ਹੋ ਗਿਆ ਸੀਗਾ ਜੀ, ਅਤੇ 2/5/18 ਨੂੰ ਮੇਰੀ ਮੈਰਿਜ ਹੁੰਦੀ ਹੈ ਜੀ। ਅੱਛਾ, ਤੁਹਾਡੀ ਪਤਨੀ ਨੇ ਆਈਲੈਟਸ ਕੀਤਾ ਸੀ? ਹਾਂਜੀ, ਆਈਲੈਟਸ ਕੀਤਾ ਸੀ। ਵਿਚੋਲੇ ਤੁਹਾਡੇ ਚਾਚਾ ਜੀ ਬਣਦੇ ਆ? ਚਾਚਾ ਜੀ ਅਤੇ ਚਾਚਾ ਜੀ ਦੇ ਸਹੁਰੇ, ਉੱਧਰੋਂ ਚਾਚਾ ਜੀ ਦੇ ਸਹੁਰੇ ਹੁੰਦੇ ਜੀ, ਇੱਧਰੋਂ ਚਾਚਾ ਜੀ ਹੁੰਦੇ ਜੀ। ਤਾਂ ਕਿੱਦਾਂ ਗੱਲਬਾਤ ਤੁਹਾਡੀ ਸਟਾਰਟ ਹੁੰਦੀ ਆ? ਇਹਨਾਂ ਨੇ ਬਸ ਆਈ ਆਈਲੈਟਸ ਵਾਲੀ ਕੁੜੀ, ਉਹ ਦੇਖਦੇ ਸੀ ਵੀ ਮੁੰਡਾ ਕੋਈ ਪੈਸੇ ਲਾਉਣ ਵਾਲਾ ਮਿਲ ਜੇ ਜੀ, ਅਤੇ ਉਹਨਾਂ ਨੇ ਗੱਲਬਾਤ ਚਲਾਈ ਜੀ। ਅਸੀਂ ਆਖਿਆ ਵੀ ਚੱਲ ਆਪਾਂ ਲਾ ਦਾਂਗੇ ਪੈਸੇ, ਵੀ ਬਾਹਰ ਚੱਲ ਜਾਂਗੇ, ਹੈ ਨਾ ਜੀ। ਅਤੇ ਚਲਦੀ ਚਲਦੀ ਗੱਲ ਵਧੀਆ, ਰੋਕਾ ਹੋ ਗਿਆ ਜੀ, ਅੰਗੇਜਮੈਂਟ ਹੋ ਗਈ। ਅੰਗੇਜਮੈਂਟ ਤੋਂ ਬਾਅਦ ਬਾਹਰ ਚਲੀ ਗਈ ਜੀ। ਸਾਰੇ ਪੈਸੇ ਆਪਾਂ ਲਾਏ, ਫੀਸਾਂ ਭਰੀ ਗਏ ਜੀ। ਪਹਿਲਾਂ ਆਪਾਂ ਤੋਂ ਪੈਸੇ ਲਈ ਗਏ ਜੀ, ਜਿੰਨਾ ਟਾਈਮ ਫੀਸਾਂ ਭਰੀ ਗਏ ਜੀ ਉਹਨਾਂ ਟਾਈਮ ਸਾਰਾ ਕੁਝ ਸੈੱਟ ਰਿਹਾ। ਕੀ ਗੱਲਬਾਤ ਸੰਦੀਪ ਸਟਾਰਟਿੰਗ ਦੇ ਵਿੱਚ ਹੋਈ ਸੀ ਕਿ ਜਿਹੜੀਆਂ ਟੋਟਲ ਫੀਸਾਂ ਤੁਸੀਂ ਭਰਨੀਆਂ, ਵਿਆਹ ਪੱਕਾ ਕਰਨਾ, ਕਿੱਥੋਂ ਤੱਕ ਤੁਸੀਂ ਫੀਸਾਂ ਭਰਨੀਆਂ ਸੀ ਜਾਂ ਕਿੱਥੋਂ ਤੱਕ ਖਰਚਾ ਭਰਨਾ ਸੀ? ਆਪਣੇ 2 ਫੀਸਾਂ ਦੀ ਗੱਲ ਹੋਈ ਸੀਗੀ ਜੀ, ਵੀ 2 ਫੀਸਾਂ ਭਰਨੀਆਂ, ਬਾਕੀ ਉਹ ਕੁੜੀ ਜਾ ਕੇ ਉੱਧਰ ਕਮਾਉਣ ਲੱਗ ਜੂਗੀ। ਅਤੇ ਆਪਾਂ ਤੋਂ 5 ਫੀਸਾਂ ਭਰਾਈਆਂ ਜੀ। ਵਿਆਹ ਆਪਣਾ ਪੱਕਾ ਸੀਗਾ, ਕੋਈ ਫੇਕ ਨਹੀਂ ਸੀਗਾ ਜੀ। ਹਾਂਜੀ। ਤਾਂ ਜਦੋਂ 2 ਫੀਸਾਂ ਤੋਂ ਬਾਅਦ ਤੀਜੀ ਫੀਸ ਦੀ ਗੱਲ ਆਈ, ਤੁਸੀਂ ਉਦੋਂ ਗੱਲਬਾਤ ਨਹੀਂ ਕੀਤੀ ਕਿ ਫੀਸਾਂ ਸਿਰਫ 2 ਭਰਨੀਆਂ ਸੀ, ਤੀਜੀ ਚੌਥੀ ਪੰਜਵੀਂ ਕਿਉਂ? ਕਿਹਾ ਸੀਗਾ, ਕਹਿੰਦੇ ਕੰਮ ਨਹੀਂ ਮਿਲਦਾ ਇੱਥੇ, ਕੁੜੀ ਤੋਂ ਕੰਮ ਨਹੀਂ ਹੁੰਦਾ, ਫੀਸਾਂ ਭਰਨੀਆਂ ਪੈਣੀਆਂ। ਐਂ ਚੱਲਦਾ, ਜਦੋਂ ਪੈਸੇ ਲੱਗ ਜਾਂਦੇ ਨੇ ਜੀ ਬਈ ਘਰੋਂ, ਜਿਵੇਂ 10-15 ਲੱਖ ਲੱਗ ਗਿਆ, ਉਦੋਂ ਐਂ ਹੁੰਦਾ ਵੀ ਇਹ ਵੀ ਨਾ ਡੁੱਬ ਜਾਣ, ਵੀ ਚੱਲ ਆਪਾਂ ਹੋਰ ਲਾ ਦਿੰਦੇ 5-4 ਲੱਖ ਰੁਪਈਆ। ਇਸੇ ਕਾਰਨ ਵਜ੍ਹਾ ਕਰਕੇ ਅੱਗੇ ਪੈਸੇ ਲੱਗੀ ਗਏ। 50 ਲੱਖ ਰੁਪਈਆ ਲੱਗ ਗਿਆ ਬਾਈ ਸਾਡਾ। 50 ਲੱਖ ਰੁਪਏ ਲਾ? ਹਾਂਜੀ ਬਾਈ। ਇੰਨੀਆਂ ਫੀਸਾਂ ਭਰਤੀਆਂ ਬਾਈ ਜੀ ਤੁਸੀਂ? 5 ਫੀਸਾਂ ਭਰਤੀਆਂ ਬਾਈ। 30 ਲੱਖ ਰੁਪਈਆ ਤਾਂ ਮੰਨ ਲਓ ਬੈਂਕ ਰਾਹੀਂ ਗਿਆ, ਸਟੇਟਮੈਂਟ ਆਪਣੇ ਕੋਲੇ ਸਾਰੇ ਪ੍ਰੂਫ ਹੈਗੇ ਬਾਈ। ਅਤੇ ਉਦੋਂ ਬਾਅਦ 1.5 ਰੁਪਏ ਆਪਣਾ ਵਿਆਜ 'ਤੇ ਚੱਲਦਾ ਸੀ, ਕਰਜ਼ਾ ਸਿਰ ਚੜਾਈ ਗਏ ਬਈ। ਅਤੇ ਉਹ ਜਿਹੜੀ ਫਸਲ ਆਉਂਦੀ ਸੀ ਸਾਰੀ ਵਿਆਜ 'ਚ ਚਲੀ ਜਾਂਦੀ ਸੀ। ਆਪਣੇ ਆੜ੍ਹਤੀ ਨੂੰ ਜਾ ਕੇ ਪੁੱਛ ਸਕਦੇ ਹੋ ਤੁਸੀਂ ਬਈ, ਵੀ ਕਿੰਨਾ ਵਿਆਜ ਭਰਤਾ। ਕੋਈ 1 ਰੁਪਈਆ ਸਾਡੇ ਘਰੇ ਨਹੀਂ ਬਚਦਾ ਸੀ, ਵੀ ਅਸੀਂ ਘਰੇ ਲੈ ਅੱਗੇ ਫਸਲ 'ਚੋਂ ਸਾਰੇ ਪੈਸੇ ਵਿਆਜ 'ਚ ਜਾਂਦੇ ਸੀ ਬਈ। ਤਾਂ ਜ਼ਮੀਨ ਕਿੰਨੀ ਸੀ ਤੁਹਾਡੇ ਕੋਲੇ? ਜ਼ਮੀਨ ਬਾਈ ਮੇਰੇ ਕੋਲ 9 ਕਿੱਲੇ ਵਾਹੁੰਦੇ ਸੀ ਬਈ, 1.5 ਕਿੱਲਾ ਆਪਣਾ ਵਿਕ ਗਿਆ। ਅੱਛਾ, ਤੁਸੀਂ ਵਿਆਹ ਤੋਂ ਪਹਿਲਾਂ 1.5 ਕਿੱਲਾ ਵੇਚਤਾ, ਫੀਸਾਂ ਭਰਨੀਆਂ ਜੀ? 1.5 ਕਿੱਲਾ ਵੀ ਵਾਹੁਣ ਦਾ ਆਪਣਾ ਵਿਕ ਗਿਆ। ਆਹ ਦੇਖ ਲਓ ਆਪਣੇ ਕੋਲ ਜ਼ਮੀਨਾਂ ਦੀਆਂ ਰਜਿਸਟਰੀਆਂ ਪਈਆਂ ਜਿਹੜੀਆਂ ਆਪਾਂ ਲੋਕਾਂ ਨੂੰ ਕਰਾਈਆਂ ਬਾਈ। ਅੱਛਾ, ਇਹ ਤੁਸੀਂ ਜ਼ਮੀਨ 1.5 ਕਿੱਲਾ ਵੇਚਤਾ? 1.5 ਕਿੱਲਾ ਵੇਚਤਾ ਬਾਈ। ਜਦੋਂ ਕਿੰਨੇ ਦਾ ਵੇਚਤਾ? ਇੱਕ ਤਾਂ ਬਾਈ ਕਿੱਲਾ ਵੇਚਿਆ ਆਪਾਂ 19 ਲੱਖ, 19.5 ਲੱਖ ਰੁਪਏ ਦਾ ਬਾਈ, ਅਤੇ ਅੱਧਾ ਕਿੱਲਾ ਵੇਚਿਆ ਸੀ ਬਾਈ ਆਪਾਂ 11 ਲੱਖ ਦਾ। ਅੱਛਾ, ਅਤੇ ਤੁਸੀਂ ਆਪਣੀ ਪਤਨੀ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਅਸੀਂ ਮਜਬੂਰ ਹੋ ਗਏ ਹਾਂ ਜ਼ਮੀਨ ਵੇਚਣ ਵਾਸਤੇ, ਮੇਰੀ ਫਾਈਲ ਅਪਲਾਈ ਕਰੋ, ਮੈਨੂੰ ਬੁਲਾਓ? ਮੈਂ ਬਾਈ ਬਹੁਤ ਗੱਲ ਕਰਦਾ ਰਿਹਾ ਵੀ ਮੈਂ ਨਾ, ਸਾਡੇ ਸਿਰ ਕਰਜ਼ਾ ਬਹੁਤ ਹੋ ਗਿਆ, ਵੀ ਆਪਣੇ ਕੋਲੇ ਪੈਸੇ ਨਹੀਂ ਹੈਗੇ, ਵੀ ਤੁਸੀਂ ਕਿਹੜਾ ਇੱਧਰ ਆ ਜਾਓ। ਏਜੰਟ ਕਹਿੰਦੇ ਆ ਵੀ ਤੁਸੀਂ ਇੱਧਰ ਬੁਲਾ ਕੇ ਹੋਰ ਫੋਟੋਆਂ ਖਿੱਚ ਲਓ ਅਤੇ ਅਪੀਲ ਕਰ ਦਿਓ। ਮੈਨੂੰ ਬੈਨ ਵੀ ਕਰਵਾਇਆ ਬਾਈ ਉਹਨੇ। ਅੱਛਾ, ਤੁਹਾਡੀ ਕੇਸ ਅਪਲਾਈ ਹੋਇਆ? ਕੇਸ ਬਾਈ ਮੇਰਾ ਅਪਲਾਈ ਹੋਇਆ। ਉਸ ਤੋਂ ਬਾਅਦ ਉਹਨੇ ਕੋਈ ਡਾਕੂਮੈਂਟ ਇਹੋ ਜਿਹਾ ਗਲਤ ਲਾਇਆ ਵੀ ਮੈਨੂੰ ਬੈਨ ਕਰਤਾ ਉੱਧਰਲੀ ਸਰਕਾਰ ਨੇ। ਸਾਡੀ ਸਟੋਰੀ ਨਹੀਂ ਮੈਚ ਹੋਈ ਬਾਈ, ਮੈਨੂੰ ਕੁਝ ਹੋਰ ਦੱਸਿਆ ਗਿਆ, ਡਾਕੂਮੈਂਟ ਕੁਝ ਹੋਰ ਲਾਇਆ ਗਿਆ। ਅਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਇੱਧਰ ਆ ਜਾਓ, ਹੈ ਨਾ, ਵੀ ਆਪਾਂ ਸਾਰਾ ਕੁਝ ਆਪਾਂ ਫੋਟੋਆਂ ਕਰ ਲਾਂਗੇ ਅਤੇ ਆਪਾਂ ਐਮਬੈਸੀ 'ਚ ਅਪੀਲ ਕਰ ਲਾਂਗੇ। ਕਹਿੰਦੀ ਮੈਥੋਂ ਤਾਂ ਆਇਆ ਨਹੀਂ ਜਾਂਦਾ, ਮੈਂ ਤੈਨੂੰ ਸੱਦਣਾ ਹੀ ਨਹੀਂ ਬਾਹਰ। ਜਦੋਂ ਬਾਈ ਫੀਸਾਂ ਭਰੀਆਂ ਗਈਆਂ ਫਿਰ ਗੱਲਬਾਤ ਹੀ ਹੋਰ ਹੋ ਗਈ। ਕਿੰਨੇ ਵਾਰ ਬਾਈ ਜੀ ਕੇਸ ਅਪਲਾਈ ਕੀਤਾ ਤੁਹਾਡਾ? 1 ਵਾਰ ਅਪਲਾਈ ਕੀਤਾ ਬਾਈ, ਪਹਿਲੀ ਵਾਰੀ 'ਚ ਹੀ ਮੈਂ ਬੈਨ ਹੋ ਗਿਆ। ਕੋਈ ਕੇਸ ਇਹੋ ਜਿਹਾ ਨਹੀਂ ਜਿਹੜਾ ਪਹਿਲੀ ਵਾਰ 'ਚ ਬੈਨ ਹੋ ਜੇ। ਹਾਂ ਬਿਲਕੁਲ, ਰਿਫਿਊਜ਼ ਹੋ ਸਕਦਾ। ਰਿਫਿਊਜ਼ ਹੋ ਸਕਦਾ, ਬੈਨ ਕਿਉਂ ਹੋਇਆ ਬਈ? ਤਾਂ 1 ਵਾਰ ਪਹਿਲੀ ਵਾਰੀ ਕੇਸ ਅਪਲਾਈ ਕੀਤਾ। ਤੁਹਾਨੂੰ ਇੱਥੇ ਜਿਹੜੀ ਸਪਾਂਸਰ ਭੇਜੀ ਜਾਂਦੀ ਆ ਫਿਰ ਉੱਥੋਂ ਹੀ ਅਪਲਾਈ ਹੁੰਦਾ? ਉੱਧਰੋਂ ਅਪਲਾਈ ਹੁੰਦਾ ਬਾਈ ਸਾਰਾ ਕੁਝ। ਤੁਹਾਡੀ ਪਤਨੀ ਜਦੋਂ ਜਾਂਦੀ ਹੈ ਕਿਹੜੇ ਕਾਲਜ ਜਾਂਦੀ ਹੈ, ਕਿਹੜੇ ਸ਼ਹਿਰ ਜਾਂਦੀ ਹੈ? ਬਈ ਬਰੈਂਪਟਨ ਜਾਂਦੀ ਹੈ, ਸੈਂਟੇਨੀਅਨ ਕਾਲਜ ਹੈ ਬਈ। ਤਾਂ ਉੱਥੇ ਕੌਣ ਸੀ, ਕਿੰਨਾ ਕੋਲ ਜਾ ਕੇ ਰਹਿੰਦੀ ਹੈ? ਰਹਿੰਦੀ ਤਾਂ ਬਈ ਇੱਥੋਂ ਤਾਂ ਦੱਸਦੇ ਆ ਵੀ ਆਪਦੇ ਮਾਸੀ ਦੇ ਮੁੰਡੇ ਕੋਲੇ ਰਹਿੰਦੀ ਆ, ਪਰ ਉਹ ਮਾਸੀ ਦੇ ਮੁੰਡੇ ਕੋਲੇ ਨਹੀਂ ਰਹਿੰਦੇ। ਇੱਥੇ ਸਾਡੇ ਨਾਲ ਪਿੰਡ ਆ ਟੱਲ ਵਾਲੀ ਤੋਂ ਮੁੰਡਾ ਕਾਸ਼ਦੀਪ ਬਈ, ਅਤੇ ਉਹਦੇ ਨਾਲ ਇਕੱਠੇ ਆਈਲੈਟਸ ਕਰਦੇ ਸੀ ਬਈ ਬਠਿੰਡੇ। ਅਤੇ ਉਹਦੇ ਨਾਲ ਪਹਿਲਾਂ ਹੀ ਯਾਰੀ ਦੋਸਤੀ ਸੀਗੀ ਇਹਦੀ, ਅਫੇਅਰ ਚੱਲਦਾ ਸੀ ਬਈ। ਉੱਧਰ ਜਾ ਕੇ ਇਕੱਠੀ ਰਹਿਣ ਲੱਗ ਗਏ ਬਈ, ਇਕੱਠੀ ਕਾਲਜ ਜਾਂਦੇ ਸੀ, ਇਕੱਠੀ ਇਹਨਾਂ ਨੇ ਕੰਮ ਅਪਲਾਈ ਕਰਿਆ। ਮੈਨੂੰ ਬਾਅਦ 'ਚੋਂ ਦੱਸਦੀ ਰਹੀ ਆ, ਇਹਨੂੰ ਤਾਂ ਉੱਥੇ ਕੰਮ ਮਿਲ ਗਿਆ, ਜਿਹੜੀ ਸਿਕਿਉਰਿਟੀ 'ਤੇ ਕੰਮ ਕਰਦੀ ਸੀ, ਪਰ ਉਹਨੂੰ ਇਹ ਕੰਮ ਨਹੀਂ ਮਿਲਿਆ। ਅਤੇ ਇਹਨਾਂ ਨੇ ਇਕੱਠਿਆਂ ਨੇ ਬਈ 8+ ਫੋਨ ਲੈਤੇ ਆ, ਇੱਕ ਬਿੱਲ 'ਤੇ ਉਹਦੇ ਬਿੱਲ 'ਤੇ ਫੋਨ ਲੈਤੇ ਆ। ਉਹਨੇ ਪੈਸੇ ਭਰੇ ਸਾਰੇ, ਅਤੇ ਮੈਂ ਬਈ ਮਗਰੋਂ
ਜਦੋਂ 8+ ਫੋਨ ਸੀ ਇਹਦੇ ਕੋਲ, ਜਦੋਂ ਇਹਨੇ ਵਿਆਹ ਵੇਲੇ ਇੱਧਰ ਆਉਣਾ ਸੀ, ਮੈਨੂੰ ਆਏ ਸੀ, ਮੈਂ ਕਿਹਾ ਚੱਲ ਮੈਨੂੰ ਫੋਨ ਮਿਲ ਜੂਗਾ। ਆਪਾਂ ਨੂੰ ਹੁੰਦਾ ਹੀ ਆ ਬਈ ਐਪਲ ਦਾ ਫੋਨ ਆ ਵੀ। ਮੈਨੂੰ ਕਹਿੰਦੀ ਉਹ ਤਾਂ ਕਿਸੇ ਕੁੜੀ ਦੇ ਭਰਾ ਨੂੰ ਫੋਨ ਦੇਣਾ, ਕੁੜੀ ਦੇ ਉਹ 'ਤੇ ਲੈਤਾ, ਮੈਂ ਅਕਾਊਂਟ 'ਚੋਂ ਲੈਤਾ, ਪੈਸੇ ਦਿੱਤੇ ਆ, ਉਹ ਦੇ ਗਈ ਬਈ ਉਹਦੇ ਭਰਾ ਨੂੰ ਫੋਨ, ਆਕਾਸ਼ਦੀਪ ਦੇ ਨੂੰ। ਅੱਛਾ, ਇੱਥੇ ਆ ਕੇ ਵੀ ਆਉਣਾ ਜਾਣਾ ਰਿਹਾ ਫਿਰ? ਇੱਥੇ ਆ ਕੇ ਬਈ ਉਹਨਾਂ ਦੇ ਘਰੋਂ ਫੜ ਲਏ ਜਾ ਕੇ, ਪਹਿਲਾਂ ਹੀ ਮੈਰਿਜ ਤੋਂ ਪਹਿਲਾਂ ਹੀ ਫੜ ਲਏ। ਜਦੋਂ ਵਿਆਹ ਵੇਲੇ ਇੱਧਰ ਆਈ ਨਾ, ਉਦੋਂ ਵਿਆਹ ਤੋਂ ਪਹਿਲਾਂ ਹੀ ਉੱਧਰੋਂ ਘਰੋਂ ਫੜ ਲਏ ਬਈ। ਉਹਨੂੰ ਨਹੀਂ ਥੋੜਾ ਬਹੁਤਾ ਸ਼ੱਕ ਹੋਇਆ ਜਦੋਂ ਮੈਰਿਜ ਮੌਕੇ ਜਾਂ ਇਸ ਤੋਂ ਬਾਅਦ, ਜਦੋਂ ਤੁਹਾਡੀ ਪਤਨੀ ਵਿਦੇਸ਼ ਚਲੀ ਜਾਂਦੀ ਹੈ, ਉੱਥੋਂ ਆਖਰ ਗੱਲਬਾਤ ਤਾਂ ਤੁਹਾਡੇ ਨਾਲ ਕਰਦੀ ਰਹੂ, ਸੰਪਰਕ 'ਚ ਤਾਂ ਰਹੇ ਹੋਣਗੇ? ਸ਼ੱਕ ਤਾਂ ਬਈ ਸੀਗਾ ਹੀ। ਸ਼ੱਕ ਤਾਂ ਜਦੋਂ ਪਹਿਲਾਂ ਵੀ ਜਦੋਂ ਅੰਗੇਜਮੈਂਟ ਹੋ ਕੇ ਚੱਲ ਗਈ ਸੀ ਨਾ, ਫੋਨ ਨਹੀਂ ਕਰਦੀ ਸੀ ਬਈ, ਮੈਨੂੰ ਟਾਈਮ ਨਹੀਂ ਮਿਲਦਾ। ਜੇ ਫੋਨ ਕਰਦੀ ਕਈ ਵਾਰ ਮੈਥੋਂ ਨਾ ਚੱਕਿਆ ਜਾਂਦਾ, ਮੈਂ ਦੁਬਾਰੇ ਲਾਉਂਦਾ ਹੈ ਨਾ, ਮੈਨੂੰ ਕਹਿ ਦਿੰਦੀ ਮੇਰਾ ਮੂਡ ਚੇਂਜ ਹੋ ਗਿਆ, ਮੈਂ ਤਾਂ ਗੱਲ ਕਰਨੀ ਨਹੀਂ ਹਾਲੇ। ਅਤੇ ਜਿੱਦਣ ਬਈ ਇੱਥੇ ਆ ਜਾਂਦੀ ਹੈ ਇੰਡੀਆ ਹੈ ਨਾ, ਜਾਗੋ ਸੀ ਸਾਡੀ, ਪਹਿਲਾਂ 8 ਦਿਨ ਪਹਿਲਾਂ ਆ ਜਾਂਦੀ ਆ। 8 ਦਿਨ ਪਹਿਲਾਂ ਤਾਂ ਉਸੇ ਨੰਬਰ 'ਤੇ WhatsApp ਚੱਲਦਾ ਬਾਹਰਲੇ 'ਤੇ ਬਈ। ਜਦੋਂ ਇੱਥੇ ਆ ਜਾਂਦੀ ਆ, ਜਾਗੋ ਵਾਲਾ ਦਿਨ ਹੁੰਦਾ ਬਈ, ਜਾਗੋ ਵਾਲੇ ਦਿਨ ਉਸ ਨੰਬਰ ਤੋਂ ਇਹਨੇ WhatsApp ਬੰਦ ਕਰਤਾ ਬਈ। ਇਹਦੀ ਮੈਂ ਮੰਮੀ ਨੂੰ ਫੋਨ ਕਰਕੇ ਸਪੈਸ਼ਲ ਕਿਹਾ ਵੀ ਕਿਉਂ ਇਹਨੇ WhatsApp ਬੰਦ ਕੀਤਾ, ਕੀ ਰੀਜਨ ਆ ਨਾ। ਕਹਿੰਦੀ ਕੋਈ ਨਾ ਪੁੱਤ, ਸਮਝਾਵਾਂਗੇ ਆਪਾਂ, ਕੋਈ ਨਾ, ਤੁਹਾਡਾ ਵਿਆਹ, ਤੁਸੀਂ ਲੜਾਉਣਾ ਐ ਨਾ ਕਰੋ। ਸ਼ੱਕ ਤਾਂ ਬਈ ਉਸੇ ਦਿਨ ਹੀ ਹੋ ਗਿਆ, ਰਿਸ਼ਤੇਦਾਰ ਇਕੱਠੇ ਹੋ ਗਏ, ਬੇਇੱਜ਼ਤੀ ਤੋਂ ਡਰਦੇ ਨੂੰ ਵਿਆਹ ਕਰਾਉਣਾ ਪਿਆ ਬਈ। ਪੈਸਿਆਂ ਕੰਨਿਓ ਜਾਂਦੇ ਸੀ, ਪਰ ਹੁਣ ਲੁੱਟੇ ਵੀ ਗਏ ਬਈ, ਪੱਟੇ ਵੀ ਗਏ, ਪੈਸੇ ਵੀ ਨਹੀਂ ਰਹੇ ਅਤੇ ਬੇਇੱਜ਼ਤੀ ਵੀ ਹੋ ਗਈ। ਇਹ ਤੋਂ ਚੰਗਾ ਤਾਂ ਉੱਦਾਂ ਹੀ ਮੈਂ ਮੰਨ ਲਓ ਵੀ ਪੈਸੇ ਛੱਡ ਦਿੰਦਾ, ਵਿਆਹ ਕਰਾਉਂਦਾ ਹੀ ਨਾ, ਉੱਦੇ ਜਿਹੜੀ ਹੁੰਦੀ। ਉਦੋਂ ਤੱਕ ਕਿੰਨੇ ਪੈਸੇ ਚਲੇ ਗਏ ਸੀ ਵਿਆਹ ਤੋਂ ਪਹਿਲਾਂ? ਉਦੋਂ ਬਾਅਦ ਬਈ, ਉਦੋਂ ਪਹਿਲਾਂ 4 ਫੀਸਾਂ ਭਰੀਆਂ ਗਈਆਂ ਸੀ, 5ਵੀਂ ਫੀਸ ਉਦੋਂ ਬਾਅਦ ਭਰੀ ਆ ਬਈ। ਫੀਸ ਭਰਨ ਵਾਲੀ ਰਹਿੰਦੀ ਸੀ? ਹਾਂ ਬਈ, ਫੀਸ ਤਾਂ ਬਈ 4 ਹੀ ਸੀਗੀਆਂ ਸਮੈਸਟਰ ਦੀਆਂ। ਇਹ ਬਈ ਤੁਰੀ ਫਿਰਦੀ ਸੀ ਉੱਥੇ ਇਹਨਾਂ ਨਾਲ, ਅਤੇ ਇਹਨੂੰ ਸਪਲੀਆਂ ਆਈ ਗਈਆਂ ਬਈ। ਇਹਨੇ 5 ਵੀ ਨਹੀਂ ਸ਼ਾਇਦ 6 ਸਮੈਸਟਰ ਲਾਇਆ, 1 ਫੀਸ ਆਪਦੇ ਕੋਲੋਂ ਭਰੀ ਆ ਬਈ। ਤੇ ਜਿਹੜੇ ਮੁੰਡੇ ਦੀ ਤੁਸੀਂ ਗੱਲਬਾਤ ਕਰਦੇ ਹੋ, ਕਦੇ ਉਹਦੇ ਨਾਲ ਗੱਲਬਾਤ ਨਹੀਂ ਹੋਈ ਕਿ ਵੀਰ ਸਾਡਾ ਵਿਆਹ ਹੋਇਆ, ਮੈਰਿਜ ਹੋਈ ਆ, ਅਸੀਂ ਪਤੀ ਪਤਨੀ ਆ, ਸਾਡਾ ਰਿਸ਼ਤਾ ਹੈ, ਜ਼ਿੰਦਗੀ ਭਰ ਨਿਭਣ ਵਾਲਾ ਰਿਸ਼ਤਾ ਹੈ, ਤੂੰ ਸਾਡੇ 'ਚ ਇੰਟਰਫੇਅਰ ਨਾ ਕਰ? ਇੱਦਾਂ ਤਾਂ ਬਈ ਕੋਈ ਗੱਲ ਨਹੀਂ ਹੋਈ, ਬਸ ਉਹਦੀ ਤਾਂ ਮਥੀ ਹੋਈ ਸੀ ਬਈ ਯਾਰ, ਵੀ ਹਾਂ ਵੀ ਇਹਦਾ ਰਿਸ਼ਤਾ ਤੜਾਉਣਾ। ਉਹਨੇ ਤਾਂ ਇੰਨੀਆਂ ਕੁ ਉਹ ਕਰੀਆਂ ਗਿਆ ਵੀ ਵਿਰੋਧੀ ਭੜਕਾਇਆ ਮੇਰੇ, ਵੀ ਉਹਨੂੰ ਦੱਸਦਾ ਰਿਹਾ ਵੀ ਇਹ ਤਾਂ ਕਲੇਸੀ ਆ, ਇਹ ਤਾਂ ਰੌਲਿਆਂ 'ਚ ਜਾਂਦਾ, ਇਹ ਫਲਾਣੇ ਬੰਦੇ ਨਾਲ ਜਾਂਦਾ, ਸਾਰਾ ਬਈ ਮੇਰੇ ਵਿਰੁੱਧ ਭੜਕਾ ਉਹਨੂੰ ਆਪਦੇ ਵੱਲ ਕਰ ਲਿਆ ਸਾਰਾ ਕੁਛ। ਤੁਸੀਂ ਵਾਕਈ ਕਿਤੇ ਇਹੋ ਜਿਹੇ ਰੌਲਿਆਂ ਰੱਪਿਆਂ 'ਚ ਜਾਂਦੇ ਸੀ? ਬਈ ਪਹਿਲਾਂ ਜਾਂਦਾ ਸੀ, ਜਦੋਂ ਮੇਰੀ ਅੰਗੇਜਮੈਂਟ ਹੋ ਗਈ ਸੀ ਉਦੋਂ ਬਾਅਦ ਕਿਤੇ ਕੁਛ ਨਹੀਂ ਗਿਆ ਸੀ। ਕਿਉਂ ਆਏ ਸੀ ਵੀ ਕੋਈ ਕੇਸ ਹੋ ਗਿਆ, ਆਪਾਂ ਬਾਹਰ ਨਹੀਂ ਜਾ ਸਕਦੇ। ਪਹਿਲਾਂ ਉਸ ਮੁੰਡੇ ਨੂੰ ਕਦੇ ਮਿਲੇ ਸੀ? ਨਹੀਂ ਬਈ, ਆਪਾਂ ਕਦੇ ਨਹੀਂ ਮਿਲੇ। ਗੱਲਬਾਤ ਕਦੇ ਹੋਈ ਨਹੀਂ ਬਈ, ਕੋਈ ਆਪਣਾ ਉਹਦੇ ਨਾਲ ਕੋਈ ਰੌਲਾ ਨਹੀਂ ਸੀ, ਕੋਈ ਮੈਂ ਜਾਣਦਾ ਵੀ ਨਹੀਂ ਸੀ ਬਈ ਉਹਨੂੰ। ਹੁਣ ਉਹ ਮੁੰਡਾ ਕਿੱਥੇ? ਹੁਣ ਬਈ ਕੈਨੇਡਾ ਹੀ ਆ। ਅੱਛਾ, ਉਹ ਇਕੱਠੇ ਰਹਿ ਰਹੇ ਕਿ ਅਲੱਗ? ਇਕੱਠੇ ਰਹਿ ਰਹੇ ਆ ਬਈ। ਹੁਣ ਇਹ ਮੇਰਾ ਡਿਵੋਰਸ ਹੋਇਆ ਨਹੀਂ ਬਈ, ਅਤੇ ਉਹ ਕਹਿੰਦੇ ਵੀ ਹੁਣ ਜਦੋਂ ਦੀ ਆਹ ਵੀਡੀਓ ਪਈ ਹੈ ਨਾ, ਵਾਇਰਲ ਹੋ ਗਈ ਵੀਡੀਓ, ਅਤੇ ਉਹ ਦੱਸਦੇ ਉਹਨਾਂ ਦੇ ਪਿੰਡਾਂ ਦੇ ਫੋਨ ਆਏ ਆ, ਪਿੰਡ ਦੇ ਮੁੰਡਿਆਂ ਦੇ, ਕਹਿੰਦੇ ਬਈ ਉਹਨੇ ਮੈਰਿਜ ਕਰਾ ਲਈ। ਉੱਥੇ ਇਕੱਠੇ ਰਹਿ ਰਹੇ ਆ 2 ਨੰਬਰ 'ਚ ਬਈ। ਕਦੋਂ ਤੁਹਾਨੂੰ ਫੋਨ ਬਾਹਰੋਂ ਆਉਂਦਾ, ਵਿਦੇਸ਼ੋਂ, ਕਿ ਉਹਨਾਂ ਦੇ ਪਿੰਡ ਤੋਂ? ਉਹਨਾਂ ਦੇ ਪਿੰਡ ਤੋਂ ਬਈ 2-3 ਬੰਦਿਆਂ ਦੇ ਫੋਨ ਆਏ ਆ ਮੈਨੂੰ। ਤਾਂ ਹੁਣ ਤੁਹਾਡੀ ਪਤਨੀ ਤੁਹਾਡੇ ਨਾਲ ਗੱਲਬਾਤ ਕਰਦੀ ਹੈ, ਸੰਪਰਕ 'ਚ ਹੈ ਕਿ ਨਹੀਂ? ਨਹੀਂ ਬਈ, ਮੇਰੇ ਨਾਲ ਕੋਈ ਸੰਪਰਕ 'ਚ ਨਹੀਂ। ਪਹਿਲਾਂ ਬਰੈਂਪਟਨ ਰਹਿੰਦੀ ਸੀ, ਹੁਣ ਤਾਂ ਪਤਾ ਵੀ ਨਹੀਂ ਬਈ ਕਿੱਥੇ ਰਹਿੰਦੀ ਆ, ਕਿੱਥੇ ਨਹੀਂ ਰਹਿੰਦੀ। ਕਿੰਨਾ ਟਾਈਮ ਹੋ ਗਿਆ ਗੱਲਬਾਤ ਬੰਦ ਹੋਈ? 2 ਸਾਲ ਬੰਦ ਹੋ ਗਏ ਫਿਰ, 2 ਸਾਲ ਹੋ ਗਏ। ਕੀ ਕਾਰਨ ਬਈ? ਲਾਸਟ ਟਾਈਮ ਕੀ ਗੱਲ ਹੋਈ ਸੀ? ਲਾਸਟ ਟਾਈਮ ਬਈ ਮੈਂ ਬਹੁਤ ਮਿੰਨਤਾਂ ਕਰੀਆਂ, ਬਹੁਤ ਉਹਦੇ ਹਾੜੇ ਕੱਢੇ ਬਈ, ਵੀ ਸਾਡਾ ਘਰ ਬਰਬਾਦ ਹੋ ਜਾਊਗਾ, ਤੂੰ ਐਂ ਨਾ ਕਰ, ਚੱਲ ਜਿਹੜਾ ਕੁਛ ਹੋ ਗਿਆ ਮਿੱਟੀ ਪਾ ਉਹ ਗੱਲ ਨੂੰ, ਤੈਨੂੰ ਪਤਾ ਨਹੀਂ ਸੀ, ਤੂੰ ਛੋਟੀ ਸੀ, ਤੇਰੀ ਉਮਰ ਛੋਟੀ ਸੀ ਹੈ ਨਾ, ਜੋ ਕੁਛ ਹੋ ਗਿਆ ਵੀ ਅਣਜਾਣੇ 'ਚ ਹੋ ਗਿਆ। ਮੈਂ ਉਹ ਗੱਲ ਨੂੰ ਵੀ ਮੈਂ ਬਸ ਕਹਿ ਤਾ ਵੀ ਨਹੀਂ ਕੁਛ ਕਹਿੰਦਾ ਤੈਨੂੰ ਹੈ ਨਾ, ਪਰ ਉਹ ਗੱਲ ਬਈ ਉਹੀ ਦੁਬਾਰੇ ਮੈਂ ਤੇਰੇ ਨਾਲ ਨਹੀਂ ਰਹਿਣਾ, ਤੂੰ ਨਹੀਂ ਰਹਿਣਾ ਮੈਂ ਤੇਰੇ ਨਾਲ, ਮੈਂ ਤੇਰੀ ਨਹੀਂ ਫਾਈਲ ਲਿਆਉਣੀ। ਮੈਂ ਬਈ ਮਿੰਨਤਾਂ ਵੀ ਕਰਦਾ ਰਿਹਾ ਵੀ ਤੂੰ ਇੱਧਰ ਆ ਜਾ ਹੈ ਨਾ, ਸਾਰਾ ਕੁਛ ਸੈੱਟ ਹੋ ਜੂ। ਮੈਂ ਕਿਹਾ ਨਹੀਂ ਫਾਈਲ ਲਾਉਣੀ, ਨਾ ਲਾ, ਤੂੰ ਇੰਡੀਆ ਹੀ ਆ ਜਾ। ਆਖਰੀ ਵਾਰ ਕਿਹੜੀ ਗੱਲ ਤੋਂ ਲੈ ਕੇ ਤੁਹਾਡੀ ਗੱਲਬਾਤ ਬੰਦ ਹੁੰਦੀ ਹੈ? ਆਖਰੀ ਵਾਰ ਬਈ ਪੰਚਾਇਤ ਲੈ ਕੇ ਉਹਨਾਂ ਦੇ ਘਰਦਿਆਂ ਕੋਲੇ ਗਏ ਸੀ, ਵਿਚੋਲਿਆਂ ਦੇ ਘਰੇ ਇਕੱਠ ਹੋਇਆ ਸੀ। ਉਹਨਾਂ ਨੂੰ ਪੁੱਛਿਆ, ਸਾਡੇ ਰਿਸ਼ਤੇਦਾਰਾਂ ਨੇ ਵੀ ਪੁੱਛਿਆ ਵੀ ਹਾਂ ਬਈ ਦੱਸੋ ਵੀ ਜੇ ਕੁੜੀ ਸਹਿਮਤ ਹੈ ਨਾ, ਵੀ ਚਾਹੇ ਲੈ ਹੀ ਜਾਵੇ, ਵੀ ਛੱਡ ਦੇ ਉੱਧਰ ਜਾ ਕੇ। ਉਹ ਕਹਿੰਦੇ ਵੀ ਉਹਦੇ ਡੈਡੀ ਨੇ ਬਸ ਇੱਕ ਗੱਲ ਹੀ ਕਹੀ, ਹੋਰ ਕਹੀ ਨਹੀਂ, ਕਹਿੰਦਾ ਨਿਬੇੜ ਦਿਓ, ਹੋਰ ਕੁਝ ਵੀ ਨਹੀਂ ਕਿਹਾ ਬਈ। ਕਿਸ ਤਰ੍ਹਾਂ ਨਿਬੇੜ ਦਿਓ? ਕਿ ਡਿਵੋਰਸ ਦੇ ਦਿਓ, ਪੈਸੇ ਵਾਪਸ ਕਰ ਦਾਂਗੇ, ਜਾਂ ਕਿੱਦਾਂ ਨਿਬੇੜੋ? ਬੈਠ ਕੇ ਕਿਸ ਤਰੀਕੇ ਨਿਬੜਨਾ? ਬਈ ਆਪਣਾ 23-24 ਲੱਖ ਰੁਪਏ 'ਚ ਉੱਥੇ ਨਿਬੜ ਗਿਆ ਸੀਗਾ, ਅਤੇ ਉਹ ਉੱਥੇ ਐਂ ਲਿਖਿਆ ਸੀਗਾ ਪੰਚਾਇਤੀ ਰਾਜੀਨਾਮੇ 'ਚ ਵੀ 24 ਲੱਖ ਰੁਪਏ 'ਚ 23 ਲੱਖ 'ਚ ਨਿਬੜਿਆ, ਵੀ ਅੱਧੇ ਪੈਸੇ ਤੁਸੀਂ ਪਹਿਲਾਂ ਦੇਣੇ ਆ ਡਿਵੋਰਸ ਤੋਂ, ਅੱਧੇ ਪੈਸੇ ਡਿਵੋਰਸ ਤੋਂ ਬਾਅਦ ਦੇਣੇ ਆ। ਮੈਨੂੰ ਬਈ ਲੱਖ ਰੁਪਈਆ ਦਿੱਤਾ ਇੱਕ, ਉਹ ਵੀ ਮੈਨੂੰ ਹੁਣ ਪਤਾ ਲੱਗਿਆ ਵੀ ਡੈਡੀ ਨੂੰ ਲੱਖ ਰੁਪਈਆ ਦਿੱਤਾ, ਮੈਨੂੰ ਤਾਂ ਪਤਾ ਵੀ ਨਹੀਂ ਸੀ ਬਈ। ਅਤੇ ਲੱਖ ਰੁਪਈਆ ਦੇ ਕੇ ਬਈ ਉੱਥੇ ਸਾਥੋਂ
ਮੈਨੂੰ ਤਾਂ ਐਂ ਸੀ ਵੀ ਚੱਲ ਪੈਸੇ ਦੇਤੇ ਹੋਣਗੇ ਸਾਡੇ, ਬਈ ਡੈਡੀ ਵਰਗੇ ਡਰਦੇ ਇਹੋ ਜਿਹੇ ਕੰਮਾਂ 'ਚ ਕਿਤੇ ਗਏ ਨਹੀਂ ਹੈ ਨਾ। ਉਹਦਾ ਡੈਡੀ ਧਮਕੀਆਂ ਦਿੰਦਾ ਵੀ ਮੈਂ ਪੰਜਾਬ ਪੁਲਿਸ 'ਚ ਤੁਹਾਡੇ ਪਰਚਾ ਪਵਾ ਦੂੰ, ਤੁਹਾਡੇ ਮੁੰਡੇ 'ਤੇ ਨਸ਼ੇ ਦੇ ਪਰਚੇ ਪਵਾ ਦੂੰਗਾ। ਉਹਦਾ ਭਰਾ ਵੀ ਬਈ ਚਿੱਟਾ ਲਾਉਂਦਾ, ਉਹ ਵੀ ਧਮਕੀਆਂ ਦਿੰਦਾ ਵੀ ਲੱਤਾਂ ਤੋੜ ਦਾਂਗੇ ਅਸੀਂ, ਤੁਸੀਂ ਡਿਵੋਰਸ ਲਓ ਹੈ ਨਾ। ਬਈ ਧੱਕੇ ਨਾਲ ਸਾਥੋਂ ਉੱਥੇ ਮੇਰੇ ਡੈਡੀ ਨੇ ਵੀ ਚੱਲ ਕਹਿ ਕੇ ਵੀ ਚੱਲ ਮੁੰਡੇ ਨੂੰ ਨਾ ਕੁਛ ਹੋ ਜਾਏ ਹੈ ਨਾ। ਤੇ ਉੱਥੇ ਕਹਿ ਕੇ ਬਈ ਦੇ ਸਾਈਨ ਕਰਾ ਲਏ। ਉਹਦੇ ਪਤਾ ਨਹੀਂ ਕੀ ਲਿਖਿਆ ਹੁਣ, ਕੀ ਨਹੀਂ ਲਿਖਿਆ। ਧੱਕੇ ਨਾਲ ਸਾਈਨ ਕਰਵਾ ਲਏ ਤੁਹਾਡੇ? ਧੱਕੇ ਨਾਲ ਤੁਸੀਂ ਕਿਉਂ ਕੀਤੇ ਫਿਰ? ਬਈ ਮੈਨੂੰ ਪਤਾ ਹੀ ਨਹੀਂ ਸੀ, ਜੋ ਡੈਡੀ ਕਹੀ ਗਏ ਬਸ ਹੋ ਗਿਆ, ਸਾਰਾ ਕੁਝ ਹੋ ਗਿਆ। ਬਈ ਮੈਨੂੰ ਪਤਾ ਹੀ ਨਹੀਂ ਸੀ ਵੀ ਕਿੰਨੇ ਪੈਸੇ ਦੇਣੇ ਆ, ਕਿੰਨੇ ਕੀ ਆ। ਤਾਂ ਇਸ ਤੋਂ ਬਾਅਦ ਨਹੀਂ ਤੁਹਾਡੀ ਪਤਨੀ ਦਾ ਕਦੇ ਫੋਨ ਆਇਆ ਕਿ ਸੰਦੀਪ ਕੀ ਹਾਲ ਚਾਲ ਆ, ਠੀਕ ਆ? ਕਦੇ ਕੋਈ ਪਰਿਵਾਰ ਉਲਝਣਾ ਤਾਂ ਨਹੀਂ ਹੈ, ਕਿਸੇ ਟੈਨਸ਼ਨ 'ਚ ਤਾਂ ਨਹੀਂ ਹੈ? ਨਹੀਂ ਬਈ ਕਦੇ ਕੋਈ ਫੋਨ ਨਹੀਂ ਆਇਆ। ਬਈ ਮੇਰੇ ਭਰਾ ਦੇ ਸੱਟ ਵੱਜ ਗਈ ਸੀ, ਇਹਨਾਂ ਨੇ ਸਾਰੇ ਪੈਸੇ ਭਰੇ ਸੀ, ਮੇਰੇ ਭਰਾ ਨੇ ਅੱਗੇ ਲੱਗ ਕੇ, ਤੇ ਐਕਸੀਡੈਂਟ ਹੋ ਗਿਆ ਸੀ ਬਈ, ਇਹਦੇ ਸੱਟ ਵੱਜ ਗਈ ਸੀ, ਲੁਧਿਆਣੇ ਲੈ ਗਏ। ਤੇ ਉੱਥੇ ਜਾ ਕੇ ਮੈਂ ਉਹਨੂੰ ਫੋਨ ਕਰਿਆ ਵੀ ਮੈਨੂੰ ਪੈਸਿਆਂ ਦੀ ਲੋੜ ਆ। ਮੇਰੇ ਕੋਲ ਪੈਸੇ ਤਾਂ ਹੈਗੇ ਸੀ ਬਈ, ਉਦੋਂ ਵੀ ਮੈਨੂੰ ਪਤਾ ਸੀਗਾ ਵੀ ਗੱਲ ਵਿਗੜਦੀ ਜਾਂਦੀ ਹੈ ਨਾ। ਮੈਂ ਉੱਦਾਂ ਹੀ ਮੰਗ ਲਏ ਵੀ ਮੈਂ ਦੇਖਿਆ ਵੀ ਦੇਖਦੇ ਆ ਦਿੰਦੀ ਆ ਕਿ ਨਹੀਂ ਦਿੰਦੀ। ਮੈਨੂੰ ਪਤਾ ਸੀ ਬਈ ਪੈਸੇ ਹੈਗੇ ਆ ਕੋਲੇ। 1 ਰੁਪਿਆ ਨਹੀਂ ਪਾਇਆ ਬਈ। ਮੇਰਾ ਭਰਾ ਦੇ ਆਪਰੇਸ਼ਨ ਹੋਏ, ਬੈੱਡ ਤੇ ਪਿਆ, 3-4 ਲੱਖ ਰੁਪਈਆ ਲੱਗਿਆ ਬਈ। ਧੱਕੇ ਨਾਲ ਸਾਥੋਂ ਬਈ ਸਾਨੂੰ ਐਂ ਨਹੀਂ ਪਤਾ ਲੱਗਦਾ ਵੀ ਕੀ ਕਰਾਉਂਦੇ ਆ ਕੀ ਨਹੀਂ ਕਰਾਉਂਦੇ। ਧੱਕੇ ਨਾਲ ਸਾਰਾ ਪਰਿਵਾਰ ਡਿਪਰੈਸ 'ਚ ਆ ਬਈ। ਮੇਰਾ ਡੈਡੀ ਦੇਖ ਲਓ ਜਾ ਕੇ, ਕਮਲਾ ਉਹ ਹੋਇਆ ਫਿਰਦਾ, ਕਮਲਾ ਮੈਂ ਬਈ। ਪਤਾ ਨਹੀਂ ਕੀ ਕਰਾਇਆ ਇਹਨਾਂ ਨੇ, ਕਾਗਜ਼ਾਂ ਤੇ ਸਾਈਨ ਕਰਾਇਆ ਬਈ ਸਾਥੋਂ। ਇੰਨੀ ਟੈਨਸ਼ਨ ਕਿਉਂ ਸੰਦੀਪ ਲੈ ਰਹੇ ਹੋ ਤੁਸੀਂ? ਐਡੇ ਜ਼ਰਵਾਨੇ ਹੋ, ਮੁੰਡਿਆਂ ਦੇ ਨਾਲ ਜਾਂਦੇ ਰਹੇ ਹੋ, ਜਿਵੇਂ ਉਹ ਮੁੰਡਾ ਕਹਿੰਦਾ ਸੀ ਕਿ ਲੋਕਾਂ ਦੀ ਕੁੱਟਮਾਰ ਕਰਦੇ ਸੀ। ਤੁਸੀਂ ਤਾਂ ਦਬਾਅ ਮੰਨਣ ਵਾਲੇ ਹੈ ਹੀ ਨਹੀਂ ਸੀ ਕਿਸੇ ਗੱਲ 'ਚ, ਅੱਜ ਇੰਨੀ ਟੈਨਸ਼ਨ 'ਚ ਕਿਉਂ? ਬਈ ਟੈਨਸ਼ਨ ਤਾਂ ਹੋ ਹੀ ਜਾਂਦੀ ਹੈ ਨਾ। ਘਰ ਦਾ 1.5 ਕਿੱਲਾ ਬਾਣ ਦਾ ਵਿਕ ਗਿਆ ਬਈ, 50 ਲੱਖ 'ਚ ਇਕੱਲਾ ਫੋਨ ਪਿਆ ਬਈ। ਲੋਕ ਮੈਨੂੰ ਪਤਾ ਕੀ ਤਾਨੇ ਮਿਹਣੇ ਮਾਰਦੇ, ਕਹਿੰਦੇ 50 ਲੱਖ 'ਚ ਬਈ ਇਕੱਲਾ ਫੋਨ ਰਹਿ ਗਿਆ ਤੇਰੇ ਕੋਲ। ਆਹ ਫੋਨ ਬਈ 50 ਲੱਖ 'ਚ ਪਿਆ, ਮੈਨੂੰ 1 ਰੁਪਿਆ ਨਹੀਂ ਆਇਆ। 1 ਲੱਖ ਰੁਪਿਆ ਉਹਨਾਂ ਨੇ ਦਿੱਤਾ ਮੈਨੂੰ। ਇਹ ਫੋਨ ਉਹਨਾਂ ਨੇ ਦਿੱਤਾ? ਇਹ ਫੋਨ ਉਹਦੇ ਭੇਜਿਆ ਸੀ 50 ਲੱਖ 'ਚ ਬਈ। ਉਦੋਂ ਬਾਅਦ ਜਦੋਂ 8+ ਵਾਲਾ ਉਹਨੂੰ ਦੇ ਗਈ ਨਾ, ਉਸ ਤੋਂ ਬਾਅਦ ਮੈਂ ਕਹਿੰਦਾ ਰਿਹਾ ਵੀ ਮੈਂ ਉਹਨੂੰ ਫੋਨ ਦੇਤਾ। ਫਿਰ ਜਦੋਂ ਮੈਂ ਕਹਿਣੋਂ ਨਾ ਹਟਿਆ, ਉਹਨੇ ਉਦੋਂ ਬਾਅਦ ਆ X ਫੋਨ ਭੇਜਿਆ। ਮੈਨੂੰ ਕਿਹਾ ਕਰੇ ਤੈਨੂੰ ਤਾਂ ਮੈਂ ਉਹ ਤੋਂ ਵੱਡਾ ਭੇਜਤਾ, ਤੂੰ ਕਿਉਂ ਕਿਸੇ ਤੋਂ ਉਹ ਕਰਦਾ। ਇਹ ਕਿੰਨੀ ਕੁ ਕੀਮਤ ਦਾ ਫੋਨ ਹੈ? ਉਦੋਂ ਤਾਂ ਬਈ ਲੱਖ ਰੁਪਏ ਦਾ ਸੀ। ਅੱਛਾ, ਜਾਨੀ ਲੱਖ ਰੁਪਏ ਦਾ ਫੋਨ ਤੇ ਲੱਖ ਰੁਪਏ ਕੈਸ਼ ਮਿਲ ਗਿਆ ਤੁਹਾਨੂੰ, 2 ਲੱਖ ਆ ਗਿਆ ਵਾਪਸ? ਹਾਂਜੀ ਬਈ। 24 ਲੱਖ ਰੁਪਏ 'ਚ ਸਮਝੌਤਾ ਹੋ ਜਾਂਦਾ ਸੰਦੀਪ, ਫਿਰ ਕੀ ਨਿਬੜਦਾ ਅੱਗੇ ਜਾ ਕੇ? ਪੈਸੇ ਦਿੱਤੇ ਜਾਂਦੇ ਆ ਕਿ ਨਹੀਂ? ਡਿਵੋਰਸ ਹੋ ਗਿਆ ਕਿ ਨਹੀਂ? ਨਹੀਂ ਬਈ ਡਿਵੋਰਸ ਹੋਇਆ ਨਹੀਂ ਹਾਲੇ। ਤੇ ਪੈਸੇ ਤਾਂ ਉਹਨਾਂ ਨੇ ਪਹਿਲਾਂ ਦੇਣੇ ਸੀ ਬਈ, ਦਿੱਤੇ ਨਹੀਂ। ਲੱਖ ਰੁਪਈਆ ਦਿੱਤਾ, ਉਲਝਾਈ ਫਿਰਦੇ ਬਸ ਵੀ ਤੁਹਾਨੂੰ ਦੇ ਦਾਂਗੇ, ਕੋਈ ਨਾ ਡਿਵੋਰਸ ਹੋ ਜਾਣ ਦਿਓ। ਗੱਲ ਹੀ ਨਹੀਂ ਕਰਦੇ ਬਈ ਪੂਰੀ ਤਾਂ ਸਾਡੇ ਨਾਲ। ਕਦੇ ਦੁਬਾਰਾ ਜਿਨ੍ਹਾਂ ਨੇ ਤੁਹਾਡਾ ਬੈਠ ਕੇ ਸਮਝੌਤਾ ਕਰਾਇਆ ਸੀ ਜਾਂ ਜਿਹੜੇ ਵਿੱਚ ਵਿਚੋਲੇ ਸੀ, ਉਹਨਾਂ ਨਾਲ ਨਹੀਂ ਕਦੇ ਗੱਲਬਾਤ ਹੋਈ? ਕੋਈ ਗੱਲ ਨਹੀਂ ਹੋਈ ਬਈ। ਹੁਣ ਤਾਂ ਡਿਪਰੈਸ ਹੀ ਆ ਬਈ ਸਾਰਾ ਟੱਬਰ, ਬਸ ਮਰਨ ਨੂੰ ਤਿਆਰ ਆ ਬਈ। ਯਾਰ ਸਾਰਾ ਕੀ ਕਰੀਏ ਹੈ ਨਾ। ਸੰਦੀਪ ਬੈਠ ਕੇ ਘਰ ਵੀ ਗਿਆ, ਪਰਿਵਾਰ ਵੀ ਗਿਆ, ਇੱਜ਼ਤ ਵੀ ਗਈ ਬਈ, ਪੈਸਾ ਵੀ ਗਿਆ ਯਾਰ। ਕੋਈ ਗੱਲ ਨਹੀਂ, ਹੌਸਲਾ ਰੱਖੋ ਸੰਦੀਪ। ਵੱਡੀਆਂ ਘਟਨਾਵਾਂ ਲੋਕਾਂ ਨਾਲ ਹੋ ਜਾਂਦੀਆਂ, ਵੱਡੀਆਂ ਠੱਗੀਆਂ ਵੱਜ ਜਾਂਦੀਆਂ, ਲੋਕ ਤਬਾਹ ਹੋ ਜਾਂਦੇ ਆ, ਬਰਬਾਦ ਹੋ ਜਾਂਦੇ ਆ। ਪਰ ਮੌਤ ਕਿਸੇ ਮਸਲੇ ਦਾ ਹੱਲ ਨਹੀਂ। ਜੇ ਜਿਉਂਦੇ ਰਹਾਂਗੇ ਤਾਂ ਸਾਰੇ ਮਸਲਿਆਂ ਦਾ ਹੱਲ ਹੋ ਜਾਂਦਾ ਹੈ। ਸੁਭਾਵਿਕ ਤੌਰ 'ਤੇ ਆ ਕੇ ਬੰਦਾ ਭਾਵੁਕ ਹੋ ਜਾਂਦਾ ਹੈ ਜਦੋਂ ਲੱਖਾਂ ਰੁਪਏ ਪੱਟੇ ਜਾਣ, ਜ਼ਮੀਨ ਵਿਕ ਜਾਵੇ, ਬਾਪ ਮੰਜੇ 'ਤੇ ਪਿਆ ਹੋਵੇ। ਇਹ ਜਰਵਾਣਾ ਗੱਭਰੂ, 6 ਫੁੱਟਾ ਗੱਭਰੂ ਅੱਜ ਟੈਨਸ਼ਨ ਦੇ ਵਿੱਚ ਆ, ਡਿਪਰੈਸ਼ਨ ਦੇ ਵਿੱਚ ਆ। ਜਿਸ ਸੋਚ ਨੂੰ ਲੈ ਕੇ ਇਹਨਾਂ ਨੇ ਆਪਣੀ ਪਤਨੀ ਨੂੰ ਭੇਜਿਆ ਸੀ, ਪਤਨੀ ਬਣਾਇਆ ਸੀਗਾ, ਅਪਣਾਇਆ ਸੀਗਾ, ਉਹਦੀਆਂ ਫੀਸਾਂ ਭਰੀਆਂ, ਇੱਥੇ ਆਉਂਦੇ ਆ, ਵਿਆਹ ਵੀ ਕਰਦੇ, ਸਭ ਕੁਝ ਹੁੰਦਾ, ਪਰ ਉਹ ਸਭ ਆਸਾਂ 'ਤੇ ਪਾਣੀ ਫਿਰ ਜਾਂਦਾ। ਸੰਦੀਪ, ਕੀ ਤੁਹਾਡਾ ਸਹੁਰਾ ਪੁਲਿਸ ਦੇ ਵਿੱਚ ਹੋ ਕੇ ਤੁਹਾਨੂੰ ਧਮਕੀਆਂ ਦਿੰਦਾ ਹੈ, ਕਹਿੰਦਾ ਕੁਛ? ਹਾਂਜੀ ਬਈ, ਮੇਰੇ ਡੈਡੀ ਵਾਲੇ ਫੋਨ ਤੇ ਫੋਨ ਕਰਦਾ, ਉਹਨੂੰ ਪਤਾ ਵੀ ਉੱਥੇ ਰਿਕਾਰਡਿੰਗ ਹੀ ਨਹੀਂ ਲੱਗਦੀ ਹੈ ਨਾ। ਤੇ ਕਹਿੰਦਾ ਵੀ ਮੈਂ ਜੇ ਤੁਸੀਂ ਨਿਬੇੜ ਲਓ ਤੁਹਾਨੂੰ ਮੈਂ ਪੈਸੇ ਦਿਨਾਂਗਾ, ਵੀ ਨਹੀਂ ਮੈਂ ਉਹ ਕਰ ਦੂੰ, ਇਹਦੇ ਪਰਚੇ ਪਵਾ ਦੂੰਗਾ, ਸਾਰੀ ਉਮਰ ਜੇਲ੍ਹਾਂ 'ਚ ਕਟਾਊਂਗਾ। ਬਹੁਤ ਕੁਝ ਹੁੰਦਾ ਬਈ, ਬਹੁਤ ਹਰਾਸਮੈਂਟ ਕਰਦੇ ਆ। ਅਸੀਂ ਚੁੱਪ ਕਰਕੇ ਬਹਿ ਗਏ ਬਈ, ਪੈਸੇ ਵੀ ਨਹੀਂ ਲੈਣੇ, ਸਾਨੂੰ ਚੁੱਪ ਕਰਕੇ ਵੀ ਨਹੀਂ ਬੈਠਣ ਦਿੰਦੇ ਬਈ। ਪੈਸੇ ਕਿੰਨੇ ਦਿੰਦੇ ਆ? ਪੂਰੇ ਦਿੰਦੇ ਨਹੀਂ ਕਿ ਨਹੀਂ ਦਿੰਦੇ? ਬਈ 50 ਲੱਖ ਰੁਪਈਆ ਸਾਡਾ ਹੁਣ 23 ਲੱਖ 'ਚ ਨਿਬੇੜੀ ਜਾਂਦੇ ਬਈ। ਉਹ 'ਚੋਂ ਵੀ 23 ਲੱਖ ਵੀ ਨਹੀਂ ਬਈ ਪੂਰਾ ਦਿੰਦੇ। ਦੇ ਨਹੀਂ ਰਹੇ ਬਈ। ਸੰਦੀਪ, ਚਾਹੁੰਦੇ ਕਿਉਂ, ਕੀ ਹੋਣਾ ਚਾਹੀਦਾ ਬਈ? ਪੈਸੇ ਤਾਂ ਆਪਣੇ ਨਾ ਮੁੜਨ, ਪੈਸਿਆਂ ਦਾ ਕੋਈ ਚੱਕਰ ਨਹੀਂ ਬਈ। ਪਰ ਇਹ ਹੁਣ ਪੈਸੇ ਤਾਂ ਚਲੋ ਜਿਹੜੇ ਮੇਰੇ ਲੈ ਗਏ, ਕੁਛ ਰਹਿ ਗਏ, ਹੋਰ ਵੇਚ ਦੂੰ ਬਈ ਮੈਂ ਤਾਂ ਆਪਦੇ ਹਿੱਸੇ ਦਾ ਬਣ ਹੈ ਨਾ। ਪਰ ਇਹ ਡਿਪੋਰਟ ਹੋਣੇ ਚਾਹੀਦੇ ਦੋਨੇ ਜਾਣੇ ਬਈ। ਉਹ ਕਾਸ਼ਦੀਪ ਨੇ ਮੇਰਾ ਘਰ ਪੱਟਿਆ ਹੈ ਨਾ, ਤੇ ਇਹਨੇ ਮੇਰਾ ਕੀ ਕਸੂਰ ਸੀ ਬਈ? ਤੁਸੀਂ ਦੱਸ ਦਿਓ ਬਈ, ਮੇਰਾ ਆਹ ਕਸੂਰ ਸੀ ਹੈ? ਮੈਂ ਪੈਸੇ ਲਾਤੇ, ਮੇਰਾ ਆਹ ਕਸੂਰ ਸੀ ਬਈ। ਹੁਣ ਮੈਨੂੰ ਕਹਿੰਦੇ ਤੂੰ ਆਪਦੀ ਲੋੜ ਨੂੰ ਪੈਸੇ ਲਾਏ, ਆਪਦੀ ਲੋੜ, ਫਿਰ ਮੇਰੀ ਲੋੜ ਪੂਰੀ ਨਾ ਕਰੀ ਬਈ ਤੁਸੀਂ। ਹਾਂ ਬਿਲਕੁਲ, ਤੁਸੀਂ ਆਪਣੀ ਲੋੜ ਨੂੰ ਲਾਏ ਸੀ, ਆਪਣੀ ਪਤਨੀ ਨੂੰ ਗੱਲਬਾਤ ਤੇ ਦੱਸੀ ਨਹੀਂ ਕਿ ਮੈਂ ਆਪਣੀ ਲੋੜ ਨੂੰ ਲਾਏ ਸੀ। ਇੱਕ ਵਾਰ ਘੱਟੋ ਘੱਟ ਮੈਨੂੰ ਬੁਲਾ ਲੈਂਦੀ। ਅੱਛਾ, ਜਦੋਂ ਤੁਹਾਡੀ ਫਾਈਲ ਅਪਲਾਈ ਹੁੰਦਾ, ਕੇਸ ਅਪਲਾਈ ਹੁੰਦਾ, ਉਹ ਕਿਹੜੇ ਸਨ 'ਚ ਹੁੰਦਾ? 18 ਦੇ ਐਂਡ 'ਚ ਹੁੰਦਾ ਬਈ। 18 ਹੁਣ 3 ਸਾਲ ਲਗਭਗ ਹੋਣ ਵਾਲੇ। ਹਾਂ ਬਈ। ਤਾਂ 2 ਸਾਲ ਤੁਸੀਂ ਹੋਰ ਜਿਹੜਾ ਬੈਨ ਉਹ ਨਹੀਂ ਜਾ ਸਕਦੇ।
ਹਾਂ ਬਈ ਬੈਣ ਜੇ ਅਪੀਲ ਕਰਦੀ ਬਈ ਟੁੱਟ ਜਾਂਦਾ ਬੈਣ ਤਾਂ ਹੋਰ ਮੁੰਡਿਆਂ ਨੇ ਵੀ ਤੜਾਏ ਆ ਐਡੀ ਜਿਨ੍ਹਾਂ ਛੇਤੀ ਬੈਨ ਕਿਵੇਂ ਲੱਗ ਜਾਂਦਾ ਹੈ, ਰਿਫਿਊਜ਼ ਵਗੈਰਾ ਹੋ ਜਾਂਦਾ ਹੈ, ਇਹ ਪਤਾ ਨਹੀਂ ਕੀਤਾ? ਪਤਾ ਕੀਤਾ ਬਈ ਏਜੰਟਾਂ ਤੋਂ ਸਭ ਪਤਾ ਕੀਤਾ। ਹੁਣ ਉਹ ਕਹਿੰਦੇ ਆ ਕਿ ਵੀ ਇਹ ਬੈਣ ਤੂੰ ਹੋ ਹੀ ਨਹੀਂ ਸਕਦਾ, ਤੇਰਾ ਪਹਿਲੀ ਵਾਰੀ ਕੇਸ ਲੱਗਿਆ ਸੀ, ਤੇਰੀ ਰਿਫਿਊਜ਼ਲ ਆ ਜਾਂਦੀ ਹਨਾ, ਤੇ ਪਰ ਬੈਨ ਨਹੀਂ ਹੁੰਦਾ ਸੀ ਤੂੰ। ਉਹਨੇ ਕਹਿੰਦੇ ਡਾਕੂਮੈਂਟ ਹੀ ਇਹੋ ਜਿਹਾ ਵਿੱਚ ਗਲਤ ਲਾਇਆ, ਤੈਨੂੰ ਕੁਝ ਹੋਰ ਦੱਸਿਆ, ਤੂੰ ਉੱਥੇ ਕੁਝ ਹੋਰ ਬੋਲ ਪਿਆ ਇੰਟਰਵਿਊ 'ਚ, ਤੇ ਉੱਥੇ ਡਾਕੂਮੈਂਟ ਕੋਈ ਹੋਰ ਲਾਇਆ। ਤੁਹਾਡੀ ਪਤਨੀ ਦੇ ਨਾਲ ਗੱਲਬਾਤ ਹੁੰਦੀ ਹੈ ਜਦੋਂ ਤੁਹਾਨੂੰ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਹੈ, ਮੈਸੀ ਤੋਂ ਤੁਹਾਨੂੰ ਮੈਸੇਜ ਮਿਲ ਜਾਂਦਾ ਹੈ ਕਿ ਤੁਹਾਨੂੰ ਬੈਨ ਕਰ ਦਿੱਤਾ, ਤੁਹਾਨੂੰ ਵੀਜ਼ਾ ਨਹੀਂ ਮਿਲਿਆ, ਤੁਹਾਨੂੰ ਤੁਹਾਡੀ ਰਿਫਿਊਜ਼ਲ ਨਹੀਂ ਆਈ, ਤਾਂ ਪਤਨੀ ਦੇ ਨਾਲ ਗੱਲਬਾਤ ਹੁੰਦੀ, ਸਹੁਰਾ ਪਰਿਵਾਰ ਨਾਲ ਗੱਲਬਾਤ ਹੁੰਦੀ ਹੈ? ਹੁੰਦੀ ਹੈ ਬਈ ਉਹ ਕੀ ਤੇ ਕਹਿੰਦੇ? ਹਾਂ, ਤੇ ਉਹਨੇ ਐਂ ਨਹੀਂ ਦੱਸਿਆ ਬਈ ਮੈਨੂੰ ਵੀ ਹਾਂ ਵੀ ਤੇਰਾ ਜੇ ਬੈਨ ਲੱਗ ਗਿਆ ਵੀ ਆਪਾਂ ਅਪੀਲ ਕਰਾ ਕੇ ਤੜਾ ਲਾਂਗੇ, ਤੇ ਇਹ ਗੱਲ ਕਹੀ ਕਹਿੰਦੀ ਆਪਾਂ ਨੂੰ ਡਿਵੋਰਸ ਲੈਣਾ ਪਊ ਜੇ ਮੈਂ ਪੀਆਰ ਹੋਣਾ। ਵੀ ਕਿੱਥੇ ਤੁਸੀਂ ਕਹੋ ਵੀ ਹਾਂ ਵੀ ਆਪਾਂ ਅਪੀਲ ਕਰ ਲਾਂਗੇ, ਆਪਾਂ ਤੜਾ ਲਾਂਗੇ, ਹੌਸਲਾ ਦੇਣਾ ਬੰਦੇ ਨੂੰ, ਕਿੱਥੇ ਡਿਵੋਰਸ ਦੀ ਗੱਲ ਚੱਲ ਪਈ ਬਈ। ਸਾਰਾ ਕੁਝ ਬਈ ਇਹਨਾਂ ਨੇ ਪਲੈਨਿੰਗ ਨਾ ਕਰਿਆ। ਬਾਅਦ ਚੋਂ ਮੇਰੇ ਕੋਲੇ ਮੰਨੀ ਆ ਵੀ ਹਾਂ ਅਸੀਂ ਤਾਂ ਪਲਾਨ ਸੀ ਸਾਡਾ ਵੀ ਤੇਰੇ ਪੈਸੇ ਲਵਾ ਕੇ ਬਾਹਰ ਜਾਣਾ, ਉਦੋਂ ਬਾਅਦ ਤੇਰੇ ਪੈਸੇ ਮੋੜ ਦੇਣੇ ਆ, ਤੈਨੂੰ ਅਸੀਂ ਬਾਹਰ ਸੱਦਣਾ ਨਹੀਂ ਸੀ। ਉਹ ਮੁੰਡੇ ਨਾਲ ਬਈ ਇਹ ਆਈਲੈਟਸ ਕਰਦੀ ਸੀ, ਉਹਦੇ ਨਾਲ ਹੀ ਹੁਣ ਰਹਿੰਦੀ ਆ, ਤੇ ਇਹਨਾਂ ਦੇ ਘਰੇ ਉਹ ਮੁੰਡਾ ਜਾਂਦਾ ਆਉਂਦਾ ਸੀ, ਉਹਨਾਂ ਦੇ ਪਰਿਵਾਰ ਵੀ ਜਾਂਦਾ ਆਉਂਦਾ ਬਈ। ਇਹਨਾਂ ਦੇ ਘਰੇ ਜਦੋਂ ਸਾਡੇ ਘਰੋਂ ਵਿਆਹ ਕਰਾ ਕੇ ਪਹਿਲੀ ਵਾਰ ਕੈਨੇਡਾ ਚੱਲੀ ਆ ਨਾ, ਤੇ ਇਹਨਾਂ ਦੀ ਮੰਮੀ ਆ ਕੇ ਤੇ ਡੈਡੀ ਆ ਕੇ ਪੱਗਾਂ ਫੜਾ ਕੇ ਗਏ ਬਈ ਸਾਡੇ ਘਰੇ ਉਹ ਮੁੰਡੇ ਦੀਆਂ, ਕਹਿੰਦੇ ਤੇਰੇ ਮਾਸੀ ਦੇ ਮੁੰਡੇ ਦੀਆਂ ਪੱਗਾਂ, ਅੰਮ੍ਰਿਤ ਛਕਿਆ ਵਾ ਉਹ ਮੰਮੀ ਦਾ ਇਹਦੀ ਦਾ ਬਈ। ਅੱਛਾ ਅੱਛਾ। ਤੇ ਝੂਠ ਬੋਲ ਕੇ ਸਾਨੂੰ ਬਾਅਦ ਚੋਂ ਪਤਾ ਲੱਗਾ। ਸਾਨੂੰ ਤਾਂ ਬਈ ਹੁਣ ਪਤਾ ਲੱਗਦਾ ਵੀ ਗੱਲਾਂ ਹੀ ਹੋਰ ਸੀ, ਅਸੀਂ ਤਾਂ ਬਈ ਬਸ ਊਂ ਹੀ ਵਿਸ਼ਵਾਸ ਹੀ ਕਰੀ ਗਏ ਹਨਾ, ਕਦੇ ਪੈਸਿਆਂ ਦਾ ਹਿਸਾਬ ਨਹੀਂ ਮੰਗਿਆ। 1.5 ਲੱਖ ਰੁਪਈਆ ਬਈ ਫੀਸਾਂ 'ਚੋਂ ਖਾ ਗਏ ਇਹਦੇ ਘਰ ਦੇ। ਉਹ ਕਿਸ ਤਰ੍ਹਾਂ? ਮੰਨ ਲਓ ਅਸੀਂ ਪਹਿਲਾਂ 10.5 ਲੱਖ ਰੁਪਏ, ਇੱਕ 4.5 ਲੱਖ ਦੀ ਐਂਟਰੀ ਸੀ ਬਈ, ਇੱਕ 6 ਲੱਖ ਦੀ ਐਂਟਰੀ ਸੀ ਇਹਨਾਂ ਨੂੰ ਦਿੱਤੇ ਹਨਾ। ਉਹਦੇ 'ਚੋਂ ਬਈ ਇਹਨਾਂ ਨੇ 5 ਲੱਖ GIC ਅਕਾਊਂਟ 'ਚ ਪਾਤਾ, ਤੇ 4 ਲੱਖ ਬਈ ਫੀਸ ਭਰੀ ਆ। 4 ਲੱਖ ਤੋਂ ਘੱਟ ਭਰੀ ਆ, ਵੱਧੋ ਵੱਧ ਦੱਸ ਰਿਹਾ ਤੁਹਾਨੂੰ, ਤੇ ਉਹ 1.5 ਲੱਖ ਰੁਪਏ ਬਈ ਕਿੱਧਰ ਗਏ? ਸੰਦੀਪ, ਤੁਹਾਡੀ ਪਤਨੀ ਦਾ ਨਾਮ ਕੀ ਹੈ? ਕਮਲਜੀਤ ਕੌਰ ਬਈ ਚਹਿਲ। ਕਮਲਜੀਤ ਕੌਰ ਚਹਿਲ। ਪਰ ਜਦੋਂ ਕਮਲਜੀਤ ਕਿਸੇ ਹੋਰ ਮੁੰਡੇ ਦੇ ਨਾਲ ਰਹਿੰਦੀ ਹੈ, ਤੁਹਾਡੇ ਨਾਲ ਗੱਲਬਾਤ ਘਟਾਉਂਦੀ ਹੈ, ਤੁਹਾਨੂੰ ਸ਼ੱਕ ਹੁੰਦਾ ਹੈ, ਤੁਸੀਂ ਆਪਣੇ ਸਹੁਰਾ ਪਰਿਵਾਰ ਦੇ ਨਾਲ ਨਹੀਂ ਗੱਲਬਾਤ ਕਰਦੇ, ਉਹਨਾਂ ਦੇ ਪੇਕਿਆਂ ਦੇ ਨਾਲ, ਡੈਡੀ ਨਾਲ, ਮੰਮੀ ਨਾਲ ਨਹੀਂ ਗੱਲਬਾਤ ਕਰਦੇ ਕਿ ਆਹ ਕੁਝ ਹੋ ਰਿਹਾ? ਬਹੁਤ ਵਾਰ ਕਰੀ ਸੀ ਬਈ, ਮੈਨੂੰ ਕਹਿੰਦੇ ਤੂੰ ਗਲਤ ਆ, ਸਾਡੀ ਕੁੜੀ ਐਵੇਂ ਤਾਂ ਨਹੀਂ, ਸਮਝਾ ਦਾਂਗੇ ਅਸੀਂ ਜੇ ਕੋਈ ਗਲਤੀ ਹੋਈ। ਜੇ ਬਈ ਕਹਿ ਦਿੰਦਾ ਵੀ ਉੱਥੇ ਗਈ ਆ ਇਹ, ਕਹਿੰਦੀ ਮੈਂ ਜਾਣਾ ਆਉਣਾ ਹੀ, ਮੈਂ ਕਹਿੰਦਾ ਸੀ ਕੋਈ ਨਾ ਚੱਲ ਗਈ, ਕੋਈ ਚੱਕਰ ਨਹੀਂ, ਪਰ ਮੈਨੂੰ ਦੱਸ ਤਾਂ ਦੇ ਵੀ ਕਿਹਦੇ ਨਾਲ ਗਈਆਂ ਬਈ ਹਨਾ। ਕੱਲੀ ਦੀਆਂ ਫੋਟੋਆਂ ਭੇਜ ਦਿੰਦੀ ਆਪਦੀ ਦੀਆਂ ਵੀ, ਜਿਵੇਂ ਮੰਨ ਲਓ ਆਪਾਂ ਕਿਤੇ ਚੱਲਦੇ ਆਂ ਬਈ, ਟੂਰ ਤੇ ਗਏ ਹਨਾ, ਆਪਾਂ ਇਕੱਲੇ ਤਾਂ ਨਹੀਂ ਚੱਲ ਜਾਂਗੇ, ਹੁਣ ਨਾਲ ਹੀ ਜਾਊ ਆਪਣੇ ਕੋਈ ਹਨਾ, ਕੋਈ ਯਾਰ ਦੋਸਤ ਜਾਣਗੇ, ਕੋਈ ਹੋਰ ਜਾਊ ਹਨਾ, ਤੇ ਉੱਥੇ ਆਪਦੀ ਕੱਲੀ ਦੀਆਂ ਫੋਟੋਆਂ ਕੱਟ ਕੁੱਟ ਕੇ ਭੇਜ ਦਿੰਦੀ ਬਈ। ਮੈਂ ਕਹਿੰਦਾ ਵੀ ਨਾਲ ਕੌਣ ਗਿਆ, ਨਾਲ ਤਾਂ ਦੱਸ ਦੇ, ਉਹਦੀ ਫੋਟੋ ਤਾਂ ਭੇਜ ਦੇ। ਕਹਿੰਦੀ ਉਹ ਤਾਂ ਕੁੜੀਆਂ ਗਈਆਂ ਸੀ, ਉਹਦੀ ਫੋਟੋਆਂ ਤਾਂ ਹੈ ਨਹੀਂ ਮੇਰੇ ਕੋਲ, ਤੇ ਮੇਰੀ ਕੱਲੀ ਦੀਆਂ ਫੋਟੋਆਂ ਗਈਆਂ। ਤਾਂ ਗੱਲਾਂ ਤਾਂ ਚਲੋ ਸੰਦੀਪ ਜਿੰਨੀਆਂ ਮਰਜ਼ੀ ਕਰ ਲਈਏ, ਪਰ ਆਖਰ ਤੇ ਚਾਹੁੰਦੇ ਕਿਉਂ, ਕੀ ਕਰਨਾ ਚਾਹੁੰਦੇ, ਕੀ ਹੋਣਾ ਚਾਹੀਦਾ ਹੈ? ਕਿ ਜੇ 2 ਸਾਲ ਪੂਰੇ ਹੋ ਜਾਂਦੇ ਇਸ ਤੋਂ ਬਾਅਦ ਤੁਹਾਡਾ ਕੇਸ ਅਪਲਾਈ ਹੋਣਾ ਚਾਹੀਦਾ, ਜਾਂ ਤੁਹਾਡੇ ਪੈਸੇ ਮੁੜਨੇ ਚਾਹੀਦੇ, ਕੀ ਹੋਣਾ ਚਾਹੀਦਾ? ਸਾਡੀ ਤਾਂ ਇਹ ਬੇਨਤੀ ਹੋਈ ਹੈ, ਨਾਲੇ ਤਾਂ ਉੱਧਰ ਜਿਹੜੇ ਫੋਰਨ 'ਚ ਬੈਠੇ ਆ ਨਾ, ਕੈਨੇਡਾ 'ਚ ਭੈਣ ਭਰਾ, ਜੇ ਤਾਂ ਕਿਸੇ ਨੂੰ ਇਹਨਾਂ ਦਾ ਪਤਾ ਲੱਗਦਾ ਇਹ ਕੁੜੀ ਦਾ ਤੇ ਜਾਂ ਇਹ ਮੁੰਡੇ ਦਾ, ਉਸ ਬਾਰੇ ਸਾਨੂੰ ਐਡਰੈਸ ਦੇਣ ਹਨਾ, ਅਸੀਂ ਇਹਨਾਂ ਤੇ ਬਣਦੀ ਕਾਰਵਾਈ ਕਰਾਉਣੀ ਹੈ। ਸਾਡੇ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹਨਾਂ ਤੇ ਪਰਚਾ ਦਿੱਤਾ ਜਾਵੇ, ਇਹਨਾਂ ਨੂੰ ਡਿਪੋਰਟ ਕਰਿਆ ਜਾਵੇ ਉੱਧਰੋਂ ਜੀ। ਹਾਂਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਤਾਂ ਦਰਸ਼ਕੋ, ਇਹ ਸੀ ਬਠਿੰਡਾ ਜ਼ਿਲ੍ਹਾ ਦੇ ਪਿੰਡ ਮਹਿਰਾਜ ਦਾ ਰਹਿਣ ਵਾਲਾ ਸੰਦੀਪ ਸਿੰਘ, ਜਿਸ ਨੇ ਵੱਡੇ ਸੁਪਨੇ ਬੁਣੇ ਸੀ ਕਿ ਵਿਦੇਸ਼ ਕੈਨੇਡਾ ਜਾਵਾਂਗੇ, ਪਿੱਛੇ ਮੇਰਾ ਭਰਾ ਇੱਥੇ ਖੇਤੀਬਾੜੀ ਕਰੂਗਾ, ਸਾਡਾ ਪੂਰਾ ਪਰਿਵਾਰ ਸੈਟਲ ਹੋ ਜਾਊਗਾ, ਪੱਕੀ ਮੈਰਿਜ, ਪੱਕਾ ਵਿਆਹ ਕੀਤਾ ਸੀ, ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਨਾਲ ਇਸ ਤਰ੍ਹਾਂ ਹੋਵੇਗਾ। ਇਹ ਵੱਡੇ ਦੋਸ਼ ਆਪਣੀ ਪਤਨੀ ਤੇ ਲਾ ਰਿਹਾ ਹੈ ਕਿ ਮੈਨੂੰ ਉਸ ਟਾਈਮ ਸ਼ੱਕ ਸੀ ਕਿ ਮੇਰੀ ਪਤਨੀ ਦੀ ਕਿਸੇ ਨਾਲ ਕੋਈ ਗੱਲਬਾਤ ਹੈ, ਕੋਈ ਚੱਕਰ ਹੈ। ਇਹ ਕਹਿੰਦਾ ਮੈਂ ਫਿਰ ਵੀ ਚੁੱਪ ਰਿਹਾ ਕਿ ਕੋਈ ਰੌਲਾ ਨਹੀਂ ਪਾਉਣਾ, ਪਰ ਇਹ ਕਹਿੰਦਾ ਕਿ ਮੇਰੀ ਪਤਨੀ ਵਿਦੇਸ਼ ਦੇ ਵਿੱਚ ਵੀ ਉੱਥੇ ਕਿਸੇ ਨਾਲ ਰਹਿ ਰਹੀ ਆ। ਜਿਵੇਂ ਸੰਦੀਪ ਨੇ ਦੱਸਿਆ ਕਿ ਪਤਨੀ ਖੁਦ ਮੰਨਦੀ ਹੈ ਕਿ ਸਾਡੀ ਇਹ ਪਲੈਨਿੰਗ ਸੀ ਕਿ ਅਸੀਂ ਸਿਰਫ ਕੈਨੇਡਾ ਜਾਣਾ, ਕੈਨੇਡਾ ਜਾ ਕੇ ਉੱਥੇ ਤੁਹਾਡੇ ਪੈਸੇ ਵਾਪਸ ਕਰ ਦੇਣੇ ਆ, ਔਰ ਉਸ ਮੁੰਡੇ ਦੇ ਨਾਲ ਲੜਕੇ ਦਾ ਨਾਲ ਰਹਿਣਾ। ਇਹ ਸਾਡੇ ਦੋਸ਼ ਨਹੀਂ ਹੈ, ਇਹ ਸੰਦੀਪ ਸਿੰਘ ਦੇ ਦੋਸ਼ ਹੈ। ਔਰ ਸੰਦੀਪ ਕਹਿੰਦਾ ਹੈ ਕਿ ਸਾਡੀ 1.5 ਏਕੜ ਜ਼ਮੀਨ ਵੀ ਇਸ ਕਰਕੇ ਵਿਕ ਜਾਂਦੀ ਹੈ ਕਿਉਂਕਿ ਮੈਂ ਵਿਦੇਸ਼ ਨਹੀਂ ਜਾ ਪਾਉਂਦਾ, ਔਰ ਮੇਰੀ ਪਤਨੀ ਵਿਦੇਸ਼ ਚਲੀ ਜਾਂਦੀ, ਉਹਦੀਆਂ ਫੀਸਾਂ ਭਰੀਆਂ ਜਾਂਦੀਆਂ, ਬਹੁਤ ਸਾਰਾ ਵਿਆਜ ਪੈ ਜਾਂਦਾ। ਇਸ ਤੋਂ ਬਾਅਦ ਇਹਨਾਂ ਦੇ ਫਾਦਰ ਸਾਹਿਬ ਡਿਪਰੈਸ਼ਨ ਚਲੇ ਜਾਂਦੇ। ਅੱਜ ਅਸੀਂ ਘਰ 'ਚ ਮੌਜੂਦ ਹਾਂ, ਇਹਨਾਂ ਦੇ ਫਾਦਰ ਸਾਹਿਬ ਇਸ ਟਾਈਮ ਮੰਜੇ ਤੇ ਪਏ ਆ, ਗੱਲਬਾਤ ਕਰਨ ਲਈ ਤਿਆਰ ਨਹੀਂ। ਸੰਦੀਪ ਵੀ ਇਸ ਟਾਈਮ ਡਿਪਰੈਸ਼ਨ ਦੇ ਵਿੱਚ ਹੈ, ਟੈਨਸ਼ਨ ਦੇ ਵਿੱਚ ਹੈ। ਸੰਦੀਪ ਕਹਿ ਰਿਹਾ ਕਿ ਕਦੇ ਕਦੇ ਦਿਲ ਕਰਦਾ ਹੈ ਕਿ ਖੁਦਕੁਸ਼ੀ ਕਰ ਜਾਈਏ, ਮਰ ਜਾਈਏ, ਇਸ ਜਹਾਨ ਤੋਂ ਕੂਚ ਕਰ ਜਾਈਏ, ਪਰ ਸੰਦੀਪ ਨੂੰ ਅਸੀਂ ਬਹੁਤ ਸਮਝਾਇਆ ਕਿ ਮਰ ਜਾਣਾ ਕਿਸੇ ਮਸਲੇ ਦਾ ਹੱਲ ਨਹੀਂ ਹੈ। ਤਾਂ ਅਸੀਂ ਦੂਜੀ ਧਿਰ ਨੂੰ ਵੀ
ਮਾਨਸਾ ਵਾਲੇ ਉਸ ਪਰਿਵਾਰ ਨੂੰ ਵੀ ਕਮਲਦੀਪ ਕੌਰ ਚਹਿਲ ਤੇ ਉਹਨਾਂ ਦੇ ਫਾਦਰ ਸਾਹਿਬ ਔਰ ਫੈਮਿਲੀ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਜੇਕਰ ਤੁਸੀਂ ਆਪਣਾ ਪੱਖ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਪਣਾ ਪੱਖ ਦੇਣ ਲਈ ਸਾਡਾ ਨੰਬਰ ਨੋਟ ਕਰ ਸਕਦੇ ਹੋ। ਸਾਡਾ ਨੰਬਰ 97802057। ਇੱਕ ਵਾਰ ਫਿਰ ਨੰਬਰ ਨੋਟ ਕੀਤਾ ਜਾਵੇ 97802057। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਮਾਨਸਾ ਵਾਲੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਰਾਬਤਾ ਕਾਇਮ ਕੀਤਾ ਜਾਵੇ, ਉਹਨਾਂ ਦਾ ਵੀ ਪੱਖ ਜਾਣਿਆ ਜਾਵੇ ਕਿ ਆਖਰ ਸੰਦੀਪ ਨਾਲ ਜੋ ਗੱਲਬਾਤ ਹੋਈ ਸੀ, ਪੱਕੀ ਮੈਰਿਜ ਹੋਈ ਸੀ, ਜੋ ਵੀ ਇਹਨਾਂ ਦੀ ਡੀਲ ਹੋਈ ਸੀ, ਕਿ ਆਖਰ ਉਹ ਪੂਰੀ ਕਿਉਂ ਨਹੀਂ ਹੋਈ। ਅਸੀਂ ਦੂਜੀ ਧਿਰ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ।